ਸਰਬਜੀਤ ਧਾਲੀਵਾਲ ਜੀ, ਸਵਾਗਤ ਹੈ ਆਪ ਜੀ ਦਾ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਸਭ ਨੂੰ ਸਤਿ ਸ੍ਰੀ ਅਕਾਲ। ਸਰਬਜੀਤ ਧਾਲੀਵਾਲ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੀ। ਹੁਣ ਜਿਸ ਤਰ੍ਹਾਂ ਖਬਰਾਂ ਆ ਰਹੀਆਂ ਨੇ, ਜਿਵੇਂ ਹੀ ਪੰਜਾਬ ਫੇਰੀ ਸਮਾਪਤ ਹੋਈ ਰਾਹੁਲ ਗਾਂਧੀ ਦੀ ਤੇ ਉਸ ਤੋਂ ਬਾਅਦ ਇੱਕਦਮ ਸਿਆਸਤ ਗਰਮਾ ਗਈ ਹੈ। ਨਾ ਕੇਵਲ ਕਾਂਗਰਸ ਦੇ ਵਿੱਚ ਹੀ ਪਰ ਸਮੁੱਚੇ ਰੂਪ 'ਚ ਸਿਆਸਤ ਗਰਮਾ ਗਈ ਹੈ। ਉਸ ਤੋਂ ਬਾਅਦ ਕੇਜਰੀਵਾਲ ਉਨੀ ਪਹੁੰਚ ਗਏ ਨੇ ਤੇ ਜੋ ਰਾਹੁਲ ਗਾਂਧੀ ਨੇ ਕਿਹਾ ਸੀ ਉਸ ਨੂੰ ਟੋਟਲ ਕਾਊਂਟਰ ਕੀਤਾ। ਤੇ ਦੂਜੇ ਪਾਸੇ ਜਿਸ ਤਰ੍ਹਾਂ ਉਮੀਦ ਕੀਤੀ ਜਾ ਰਹੀ ਸੀ, ਬਹੁਤ ਸਾਰੇ ਨਾਰਾਜ਼ ਨੇ, ਉਹਨਾਂ ਨੂੰ ਮਨਾਉਣ ਦਾ ਯਤਨ ਕਰਨਗੇ ਤੇ ਹੋ ਸਕਦਾ ਹੈ ਉਹ ਕਾਂਗਰਸ ਦੇ ਚਿਹਰੇ ਦਾ ਐਲਾਨ ਕਰ ਦੇਣ ਕਾਂਗਰਸ ਦੇ ਵੱਲੋਂ। ਸੋ ਕੀ ਆਊਟਪੁੱਟ ਰਹੀ, ਕਿਸ ਤਰ੍ਹਾਂ ਸਿਆਸੀ ਸਰਗਰਮੀਆਂ ਰਹੀਆਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ? ਦੇਖੋ, ਜਿਹੜੀ ਰਾਹੁਲ ਗਾਂਧੀ ਦੀ ਫੇਰੀ ਸੀ ਜੀ, ਉਹ ਬਹੁਤ ਹੀ ਦਿਲਚਸਪ ਰਹੀ, ਖਾਸ ਕਰਕੇ ਨਵਜੋਤ ਸਿੰਘ ਸਿੱਧੂ ਲਈ ਤੇ ਚਰਨਜੀਤ ਸਿੰਘ ਚੰਨੀ ਲਈ। ਨਵਜੋਤ ਸਿੰਘ ਸਿੱਧੂ ਇਸ ਮੌਕੇ ਦੀ ਤਲਾਸ਼ ਸਨ ਕਿ ਕਦੋਂ ਉਹ ਆਪਣੇ ਮਨ ਦੇ ਵਲਵਲੇ ਹਾਈ ਕਮਾਂਡ ਦੇ ਸਾਹਮਣੇ ਰੱਖਣ, ਤੇ ਕੱਲ ਉਹਨਾਂ ਨੂੰ ਮੌਕਾ ਮਿਲ ਗਿਆ ਤੇ ਉਹਨਾਂ ਨੇ ਖੂਬ ਆਪਣੀ ਜਿਹੜੀ ਦਿਲ ਦੀ ਭੜਾਸ ਹੈ ਉਹ ਕੱਢੀ। ਤੇ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੀਆਂ ਜਿਹੜੇ ਵਲਵਲੇ ਸੀਗੇ ਉਹ ਸਟੇਜ ਤੋਂ ਫਿਰ ਜ਼ਾਹਰ ਕੀਤੇ। ਸੋ ਕੁੱਲ ਮਿਲਾ ਕੇ ਜੇ ਆਪਾਂ ਕਹੀਏ ਕਿ ਜਿੱਥੇ ਇਸ ਨਾਲ ਪੰਜਾਬ ਦੀ ਸਿਆਸਤ ਗਰਮਾਈ ਹੈ, ਉਹਦੇ ਨਾਲ ਨਾਲ ਇਹ ਕਾਂਗਰਸ ਦੇ ਅੰਦਰ ਵੀ ਇੱਕ ਤਰ੍ਹਾਂ ਦਾ ਇੱਕ ਨਵਾਂ ਮਤਲਬ ਵੀ ਵਾਦ ਵਿਵਾਦ ਕਹਿ ਲਓ ਜਾਂ ਵਿਵਾਦ ਕਹਿ ਲਓ ਜਾਂ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਹੁਣ ਮਸਲਾ ਆ ਗਿਆ ਕਿ ਚਿਹਰਾ ਕੌਣ ਹੋਵੇਗਾ। ਕੱਲ ਨਵਜੋਤ ਸਿੰਘ ਸਿੱਧੂ ਨੇ ਕਿਹਾ ਜਦੋਂ ਸਟੇਜ ਤੋਂ ਬੋਲ ਰਹੇ ਸੀਗੇ ਕਿ ਲੋਕਾਂ ਦੇ, ਪੰਜਾਬ ਦੇ ਲੋਕਾਂ ਦੇ ਮਨ ਵਿੱਚ 2-3 ਵੱਡੇ ਸਵਾਲ ਨੇ। ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਇੱਕ ਚਿੱਕੜ 'ਚ ਫਸਿਆ ਹੋਇਆ ਹੈਗਾ ਤੇ ਜਿਹਨੂੰ ਆਪਾਂ ਕਹਿੰਦੇ ਵੀ ਚਿੱਕੜ ਜਿਵੇਂ ਗੱਡਾ ਫਸ ਜਾਂਦਾ ਹੈ ਤੇ ਕਈ ਵਾਰੀ ਉਹਨੂੰ ਕੱਢਣਾ ਫਿਰ ਕਾਫੀ ਮੁਸ਼ਕਲ ਹੁੰਦਾ ਹੈ। ਇਸ ਤਰ੍ਹਾਂ ਦੀ ਉਹਨਾਂ ਨੇ ਇੱਕ ਤਰ੍ਹਾਂ ਦੀ ਵਰਤਿਆ ਕਿ ਪੰਜਾਬ ਚਿੱਕੜ 'ਚ ਫਸਿਆ ਹੋਇਆ ਹੈ ਤੇ ਇਹਨੂੰ ਕੱਢਣਾ ਹੈਗਾ। ਦੂਸਰਾ ਉਹਨੇ ਗੱਲ ਕੀਤੀ ਕਿ ਉਹ ਚਿੱਕੜ 'ਚੋਂ ਕੱਢਣ ਵਾਸਤੇ ਰੋਡ ਮੈਪ ਕੀ ਹੋਣਾ ਚਾਹੀਦਾ ਹੈ, ਮਤਲਬ ਜਿਹੜਾ ਕਿ ਉਹ ਅਕਸਰ ਕਹਿੰਦੇ ਨੇ ਕਿ ਪੰਜਾਬ ਮਾਡਲ ਜਾਂ ਉਹਨਾਂ ਦਾ ਰੋਡ ਮੈਪ ਜਿਹੜਾ ਉਹਨਾਂ ਨੇ ਕਾਫੀ ਦਿਨਾਂ ਤੋਂ ਪ੍ਰਚਾਰਨਾ ਸ਼ੁਰੂ ਕੀਤਾ ਹੋਇਆ, ਉਸ ਦੀ ਗੱਲ ਉਹਨਾਂ ਨੇ ਮਤਲਬ ਟੇਢੇ ਢੰਗ ਨਾਲ ਕਰਤੀ ਉਸ ਸਟੇਜ ਤੇ। ਤੀਜੀ ਗੱਲ ਉਹਨਾਂ ਨੇ ਜਿਹੜੀ ਕਹੀ ਇੱਥੇ ਸਟੇਜ ਤੋਂ ਉਹ ਸੀ ਕਿ ਇਹ ਚਿੱਕੜ 'ਚੋਂ ਕੱਢਣ ਲਈ ਤੇ ਇਹ ਰੋਡ ਮੈਪ ਲਾਗੂ ਕਰਨ ਲਈ ਕਿਹੜਾ ਬੰਦਾ ਹੋਵੇ ਜਿਹੜਾ ਕਿ ਇਹ ਰੋਡ ਮੈਪ ਲਾਗੂ ਕਰੇ। ਮਤਲਬ ਉਹਨਾਂ ਦਾ ਸਪਸ਼ਟ ਕਹਿਣਾ ਸੀਗਾ ਕਿ ਤੁਸੀਂ ਉਸ ਬੰਦੇ ਦਾ ਨਾਂ ਲਓ ਕਿ ਆਹ ਬੰਦਾ ਪੰਜਾਬ ਨੂੰ ਚਿੱਕੜ 'ਚੋਂ ਕੱਢ ਸਕਦਾ ਹੈ, ਆਹ ਬੰਦਾ ਪੰਜਾਬ ਦਾ ਰੋਡ ਮੈਪ ਜਿਹੜਾ ਪੰਜਾਬ ਵਾਸਤੇ ਬਣਿਆ ਉਹਨੂੰ ਲਾਗੂ ਕਰ ਸਕਦਾ ਹੈ। ਮਤਲਬ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੋ। ਸੋ ਉਹਨਾਂ ਨੇ ਆਪਣੇ ਦਿਲ ਵਿੱਚ ਜਿਹੜੀ ਉਹਨਾਂ ਦੇ ਗੱਲ ਵਿੱਚ ਕਈ ਦਿਨਾਂ ਤੋਂ ਚੱਲ ਰਹੀ ਸੀ ਗੱਲਬਾਤ, ਮਤਲਬ ਸਟੇਜਾਂ ਤੋਂ ਕਹਿੰਦੇ ਰਹਿੰਦੇ ਸੀ ਜਾਂ ਇੱਧਰ ਉੱਧਰ ਗੱਲਾਂ ਕਰਦੇ ਰਹਿੰਦੇ ਸੀ, ਉਹਨਾਂ ਨੇ ਇਹ ਗੱਲ ਬੜੇ ਸਪਸ਼ਟ ਸ਼ਬਦਾਂ ਵਿੱਚ ਕੱਲ ਰਾਹੁਲ ਗਾਂਧੀ ਦੇ ਸਾਹਮਣੇ ਰੱਖ ਦਿੱਤੀ ਹੈ। ਤੇ ਇਹਦੇ ਨਾਲ ਹੀ ਦੂਸਰੇ ਪਾਸੇ ਜਿਹੜੇ ਚਰਨਜੀਤ ਸਿੰਘ ਚੰਨੀ ਸੀਗੇ, ਉਹਨਾਂ ਨੇ ਵੀ ਕਹਿਤਾ ਕਿ ਪਾਰਟੀ ਲਈ ਮੈਂ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ। ਉਹਨਾਂ ਨੇ ਵੀ ਇਸ ਗੱਲ ਦਾ ਮਤਲਬ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਕਾਂਗਰਸ ਦਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ, ਤੇ ਪੰਜਾਬ ਦੇ ਲੋਕ ਸਾਨੂੰ ਪੁੱਛਦੇ ਵੀ ਨੇ, ਜੇ ਅਸੀਂ ਕਿਤੇ ਜਾਂਦੇ ਹਾਂ ਪੱਤਰਕਾਰ ਪੁੱਛਦੇ ਨੇ, ਲੋਕ ਵੀ ਪੁੱਛਦੇ ਨੇ ਕਿ ਕੌਣ ਅਗਲਾ ਚਿਹਰਾ ਹੋਏਗਾ, ਅਗਲੀ ਵਾਰ ਜੇ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ ਕੌਣ ਮੁੱਖ ਮੰਤਰੀ ਬਣੇਗਾ। ਤਾਂ ਉਹਨਾਂ ਨੇ ਕਿਹਾ ਕਿ ਮੈਂ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ ਤੇ ਪਾਰਟੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈਗਾ, ਮੈਨੂੰ ਕਿਸੇ ਅਹੁਦੇ ਦੀ ਭੁੱਖ ਨਹੀਂ। ਇਹ ਵੀ ਉਹਨਾਂ ਨੇ ਗੱਲ ਕਹੀ ਉੱਥੇ ਕਿ ਮੈਨੂੰ ਕਿਸੇ ਅਹੁਦੇ ਦੀ ਭੁੱਖ ਨਹੀਂ। ਮਤਲਬ ਉਹਨਾਂ ਨੇ ਉਹਦਾ ਕਹਿਣਾ ਸੀ ਕਿ ਜਿਹਦਾ ਵੀ ਪਾਰਟੀ ਨਾਂ ਲਏਗੀ ਮੈਂ ਉਸ ਪਾਰਟੀ ਤੇ ਉਸ ਬੰਦੇ ਦੇ ਨਾਂ ਨਾਲ ਹੀ ਸਹਿਮਤ ਹੋ ਜਾਵਾਂਗਾ। ਸਭ ਤੋਂ ਬਾਅਦ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਪੀਚ 'ਚ ਕਹੀ, ਉਹ ਬੜੀ ਸਭ ਤੋਂ ਜਿਹੜੀ ਕਿ ਮਹੱਤਵਪੂਰਨ ਜਿਹੜੀ ਮੈਨੂੰ ਲੱਗੀ ਉਹ ਇਹ ਹੈ ਕਿ ਮੈਨੂੰ ਇਕੱਲਾ ਸ਼ੋਅ ਪੀਸ ਬਣਾ ਕੇ ਨਾ ਰੱਖ ਦਿਓ। ਮਤਲਬ ਇਹਦਾ ਮਤਲਬ ਉਹਦਾ ਸਪਸ਼ਟ ਸੀਗਾ ਕਿ ਮੈਂ ਸ਼ੋਅ ਪੀਸ ਨਹੀਂ ਰਹਿਣਾ ਚਾਹੁੰਦਾ। ਜੇ ਤਾਂ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਲਾਣੋਗੇ ਤਾਂ ਮੈਂ ਪਾਰਟੀ ਲਈ ਕੰਮ ਕਰਾਂਗਾ, ਤੇ ਨਹੀਂ ਤਾਂ ਫਿਰ ਸ਼ੋਅ ਪੀਸ ਵਾਲੀ ਗੱਲ ਆ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਇੱਕ ਧਮਕੀ ਕਹਿ ਲਓ ਜਾਂ ਵਾਰਨਿੰਗ ਕਹਿ ਲਓ, ਜਾਂ ਇੱਕ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਚੁਣੌਤੀ ਵੀ ਦਿੱਤੀ ਆ, ਨਾਲ ਸਮਾਂ ਵੀ ਦਿੱਤਾ ਹੈ ਕਿ ਰਾਹੁਲ ਜੀ 7 ਦਿਨ ਲੈ ਲਓ, 10 ਦਿਨ ਲੈ ਲਓ, ਪਰ ਐਲਾਨ ਜ਼ਰੂਰ ਕਰੋ ਤੁਸੀਂ ਵੀ ਕੌਣ ਚਿਹਰਾ ਹੋਏਗਾ। ਤੋ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਸਥਿਤੀ ਹੈਗੀ ਕਾਂਗਰਸ ਪਾਰਟੀ ਵਿੱਚ ਇਸ ਮੁੱਦੇ ਨੂੰ ਲੈ ਕੇ ਮੇਰਾ ਖਿਆਲ ਹੈ ਕਿ ਹੋਰ ਵੀ ਗਰਮਾ ਸਕਦੀ ਆ। ਹੁਣ ਲੌਬਿੰਗ ਸ਼ੁਰੂ ਹੋਏਗੀ
ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਕਿਵੇਂ ਕੰਮ ਕਰਦੀਆਂ ਨੇ, ਕਿਵੇਂ ਲੌਬਿੰਗ ਕਰਦੀਆਂ ਨੇ, ਕਿਵੇਂ ਫਿਰ ਆਪਣੇ ਹੱਕ ਵਿੱਚ ਬੰਦੇ ਭੁਗਤਾਉਂਦੀਆਂ ਨੇ। ਚਰਨੀ ਸਿੰਘ ਚੰਨੀ ਦੇ ਹੱਕ ਵਿੱਚ ਤਾਂ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਮੰਤਰੀ ਹੈਗੇ ਨੇ ਉਹ ਖੜੇ ਨੇ, ਕਹਿ ਚੁੱਕੇ ਨੇ। ਕੱਲ ਮਤਲਬ ਪਹਿਲਾਂ ਸੁਖਿੰਦਰ ਸਿੰਘ ਰੰਧਾਵਾ ਵੀ ਕਹਿ ਚੁੱਕੇ ਨੇ, ਰਾਣਾ ਗੁਰਜੀਤ ਵੀ ਕਹਿ ਚੁੱਕੇ ਨੇ, ਤ੍ਰਿਪਤ ਬਾਜਵਾ ਵੀ ਕਹਿ ਚੁੱਕੇ ਨੇ, ਦੂਸਰੇ ਲੋਕ ਵੀ ਕਹਿ ਚੁੱਕੇ ਨੇ। ਸੋ ਨਾਲ ਕੱਲ ਜਿਹੜੇ ਕੁਝ ਵਿਧਾਇਕਾਂ ਨੇ ਵੀ ਇਹ ਗੱਲ ਕਹੀ ਉੱਥੇ ਕਿ ਜਿਵੇਂ ਜੀਰਾ ਹੈਗੇ ਨੇ, ਉਹਨਾਂ ਨੇ ਵੀ ਕਿਹਾ ਕਿ ਚੰਨੀ ਹੀ ਹੋਣੇ ਚਾਹੀਦੇ ਨੇ, ਸਾਡੇ ਅਗਲੇ ਮੁੱਖ ਮੰਤਰੀ ਦੇ ਜਿਹੜੇ ਚਿਹਰੇ ਹੋਣੇ ਚਾਹੀਦੇ ਨੇ। ਸੋ ਇੱਕ ਲੌਬਿੰਗ ਵੀ ਸ਼ੁਰੂ ਹੋ ਜਾਏਗੀ। ਦੂਸਰੇ ਪਾਸੇ ਸਰਜੀਤ ਧਮਾਨਵਾਰ ਹੋਰਾਂ ਦੀ ਟੀਮ ਹੈਗੀ ਜਿਹੜੀ ਕਿ ਸਿੱਧੂ ਦੇ ਹੱਕ ਵਿੱਚ ਖੜੀ ਹੈ। ਉਹ ਸਿੱਧੂ ਨੂੰ ਚਾਹੁੰਦੇ ਨੇ ਕਿ ਸਿੱਧੂ ਹੋਣਾ ਚਾਹੀਦਾ ਚਿਹਰਾ, ਨਵਤੇਜ ਚੀਮਾ, ਹੋਰ ਕਈ ਇਸ ਤਰ੍ਹਾਂ ਦੇ ਯੰਗ ਜਿਹੜਾ ਬ੍ਰਿਗੇਡ ਹੈਗਾ, ਯੰਗ ਪੀੜ੍ਹੀ ਦੇ ਜਿਹੜੇ ਨਵੇਂ MLA ਨੇ, ਵਿਧਾਇਕ ਨੇ, ਉਹ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਹੈਗੇ ਨੇ। ਸੋ ਆਉਣ ਵਾਲੇ ਦਿਨਾਂ ਵਿੱਚ ਮੈਨੂੰ ਲੱਗਦਾ ਹੈ ਕਿ ਇਹ, ਹਾਲਾਂਕਿ ਆਪਾਂ ਕਹਿ ਸਕਦੇ ਹਾਂ ਕਿ ਦੋਨੇ ਧਿਰਾਂ ਉੱਥੇ ਸਹਿਮਤ ਸੀ ਕਿ ਜਿਹੜਾ ਵੀ ਮਰਜ਼ੀ ਚਿਹਰਾ ਹੋ ਸਕਦਾ, ਪਰ ਇਹ ਤੇ ਲੜਾਈ ਜ਼ਰੂਰ ਹੋਏਗੀ ਤੇ ਲੜਾਈ ਵਧੂਗੀ ਤੇ ਆਉਣ ਵਾਲੇ ਦਿਨਾਂ ਵਿੱਚ ਮੇਰਾ ਅੰਦਾਜ਼ਾ ਆਪਣਾ ਹੈਗਾ ਜਿਹੜਾ ਹੈ ਕਿ ਬਹੁਤ ਵੱਡਾ ਵਖੇੜਾ ਕਾਂਗਰਸ ਪਾਰਟੀ 'ਚ ਸ਼ੁਰੂ ਹੋ ਸਕਦਾ ਹੈ ਜੀ। ਤੇ ਸ਼ਾਇਦ ਇਹੀ ਕਾਰਨ ਹੈ ਰਾਹੁਲ ਗਾਂਧੀ ਮੂੰਹ ਨਹੀਂ ਖੋਲ ਰਿਹਾ, ਕੋਈ ਐਲਾਨ ਨਹੀਂ ਕਰ ਰਿਹਾ। ਇਹ ਉਹਨੂੰ ਵੀ ਪਤਾ ਹੈ ਬਹੁਤ ਵੱਡਾ ਵਖਰੇਵਾਂ ਸ਼ੁਰੂ ਹੋ ਜਾਏਗਾ। ਜੇ ਥੋੜੀ ਬਹੁਤੀ ਉਮੀਦ ਹੈ ਜਿੱਤਣ ਦੀ ਕਾਂਗਰਸੀ, ਉਹ ਵੀ ਮੱਧਮ ਪੈ ਜਾਏਗੀ। ਸੋ ਇਸ ਗੱਲ ਨੂੰ ਲੈ ਕੇ ਰਾਹੁਲ ਗਾਂਧੀ ਮੈਨੂੰ ਲੱਗਦਾ ਮੂੰਹ ਨਹੀਂ ਖੋਲ ਰਿਹਾ। ਉਹ ਮੌਕੇ ਦੀ ਤਾੜ ਵਿੱਚ ਹੈ ਕਿ ਕਿੰਨੀਆਂ ਕੁ ਸੀਟਾਂ ਲਿਜਾਂਦੀ ਹੈ। ਇਹ ਵੀ ਪਤਾ ਨਹੀਂ ਕਿ ਇਹਨਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਦੀ ਲੋੜ ਪੈਂਦੀ ਵੀ ਹੈ ਜਾਂ ਨਹੀਂ। ਹੋ ਸਕਦਾ ਆਪੋਜੀਸ਼ਨ ਲੀਡਰ ਦੀ ਹੀ ਲੋੜ ਪਵੇ ਜੀ। ਦੇਖੋ, ਰਾਹੁਲ ਗਾਂਧੀ ਬੜਾ ਟੈਕਟਫੁਲੀ ਜਵਾਬ ਦੇ ਗਿਆ ਉੱਥੇ। ਉਹ ਕਹਿੰਦਾ ਵੀ ਅਸੀਂ ਵਰਕਰਾਂ ਦੀ ਰਾਏ ਲਵਾਂਗੇ, ਵਰਕਰਾਂ ਦੀ ਰਾਏ ਲੈਣ ਤੋਂ ਬਾਅਦ ਹੀ ਕੋਈ ਫੈਸਲਾ ਲਵਾਂਗੇ ਵੀ ਕਿਹੜਾ ਚਿਹਰਾ ਹੋਣਾ ਚਾਹੀਦਾ। ਮਤਲਬ ਹਾਲਾਂਕਿ ਬੜੇ ਜ਼ੋਰ ਸ਼ੋਰ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਮੁੱਦਾ ਉਠਾਇਆ ਸੀਗਾ ਤੇ ਨਾਲ ਚੰਨੀ ਨੇ ਵੀ ਉਠਾਇਆ ਸੀਗਾ, ਪਰ ਕਹਿੰਦਾ ਆਪਣਾ ਰਾਹੁਲ ਗਾਂਧੀ ਜਿਹੜੇ ਹੈਗੇ ਬੜੇ ਇੱਕ ਤਰੀਕੇ ਨਾਲ ਇਸ ਗੱਲ ਨੂੰ ਟਾਲ ਗਏ ਤੇ ਉਹਨਾਂ ਨੇ ਜਿਹੜੀ ਵਾਲ ਹੈ, ਮਤਲਬ ਗੇਂਦ ਹੈ ਜਿਹਨੂੰ ਕਹਿੰਦੇ ਆਪਾਂ, ਉਹ ਵਰਕਰਾਂ ਦੇ ਪਾਲੇ ਸੁੱਟਤੀ ਕਿ ਅਸੀਂ ਉਹਨਾਂ ਦੀ ਰਾਏ ਲੈਣ ਤੋਂ ਬਾਅਦ ਹੀ ਕੋਈ ਇਸ ਤਰ੍ਹਾਂ ਦਾ ਐਲਾਨ ਕਰਨਗੇ। ਪਰ ਜਿਸ ਤਰ੍ਹਾਂ ਦਾ ਪ੍ਰੈਸ਼ਰ ਹੁਣ ਹਾਈ ਕਮਾਂਡ ਤੇ ਬਣਨਾ ਸ਼ੁਰੂ ਹੋ ਗਿਆ, ਮੇਰਾ ਖਿਆਲ ਹੈ ਕਿ ਹਾਈ ਕਮਾਂਡ ਨੂੰ ਇਹਦੇ ਬਾਰੇ ਕੋਈ ਨਾ ਕੋਈ ਫੈਸਲਾ ਤਾਂ ਲੈਣਾ ਹੀ ਪਏਗਾ। ਹਾਂ, ਤੁਹਾਡੀ ਗੱਲ ਇਹ ਬਿਲਕੁਲ ਠੀਕ ਹੈ, ਮੈਂ ਇਸ ਗੱਲ ਨਾਲ ਬੜੀ ਸਹਿਮਤ ਹਾਂ ਕਿ ਇਸ ਨਾਲ ਪਾਰਟੀ ਦਾ ਨੁਕਸਾਨ ਵੀ ਹੋ ਸਕਦਾ ਹੈ, ਕਿਉਂਕਿ ਜਿਹੜਾ ਦਲਿਤ ਭਾਈਚਾਰਾ ਹੈ ਉਹ ਜਿਹੜਾ ਇਸ ਵੇਲੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਜੇ ਖੜਾ ਹੈ ਤਾਂ ਉਹ ਇਸ ਕਰਕੇ ਖੜਾ ਹੈ ਕਿ ਕਾਂਗਰਸ ਪਾਰਟੀ ਨੇ ਚਰਨੀ ਸਿੰਘ ਚੰਨੀ ਨੂੰ ਦਲਿਤ ਭਾਈਚਾਰੇ ਚੋਂ ਜਿਹੜਾ ਹੈਗਾ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀ। ਪਰ ਜੇ ਅਗਲੀ ਵਾਰ ਚੰਨੀ ਸਾਹਿਬ ਦਾ ਚਿਹਰੇ ਨੂੰ ਨਹੀਂ ਲਾਣਾ ਜਾਂਦਾ ਤਾਂ ਦਲਿਤ ਭਾਈਚਾਰਾ ਜਿਹੜਾ ਹੈਗਾ ਇਹਦੇ ਉੱਧਰ ਵੀ ਜਾ ਸਕਦਾ, ਕਿਉਂਕਿ ਉਹਨਾਂ ਕੋਲ ਹੋਰ ਆਪਸ਼ਨਾਂ ਵੀ ਹੈਗੇ ਨੇ। ਦੂਸਰੀਆਂ ਪਾਰਟੀਆਂ ਵੀ ਐਲਾਨ ਕਰ ਚੁੱਕੀਆਂ ਨੇ ਕਿ ਜੇ ਸਾਡੀ ਪਾਰਟੀ ਸੱਤਾ ਵਿੱਚ ਆਉਂਦੀ ਆ ਤਾਂ ਅਸੀਂ ਡਿਪਟੀ CM ਦਲਿਤ ਭਾਈਚਾਰੇ ਚੋਂ ਬਣਾਵਾਂਗੇ। ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੀਆਂ ਦੂਸਰੀਆਂ ਪਾਰਟੀਆਂ ਵੀ ਕਹਿ ਚੁੱਕੀਆਂ ਨੇ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਵਿੱਚ ਆਉਣ ਵਾਲੇ ਦਿਨ ਜਿਹੜੇ ਅਗਲੇ 8-10 ਦਿਨ ਹੈਗੇ ਨੇ ਉਹ ਬਹੁਤ ਹੀ ਜੋਖਮ ਭਰੇ ਜਾਂ ਖਤਰੇ ਭਰੇ ਹੈਗੇ ਨੇ, ਕਿਉਂਕਿ ਦੋਨਾਂ ਧਿਰਾਂ ਨੇ ਲੌਬਿੰਗ ਤਾਂ ਕਰਨੀ ਹੈ ਇਸ ਮੁੱਦੇ ਨੂੰ ਲੈ ਕੇ, ਤੇ ਦੋਨਾਂ ਧਿਰਾਂ ਦੀ ਕੋਸ਼ਿਸ਼ ਹੋਏਗੀ ਕਿ ਚਿਹਰਾ ਸਿੱਧੂ ਬਣੇ। ਇੱਕ ਧਿਰ ਕਹੇਗੀ ਸਿੱਧੂ ਬਣੇ ਤੇ ਦੂਸਰੀ ਧਿਰ ਕਹੇਗੀ ਕਿ ਚਰਨੀ ਸਿੰਘ ਚੰਨੀ ਬਣੇ। ਜਿਹੜਾ ਪਲੜਾ ਇਸ ਵੇਲੇ ਭਾਰੀ ਹੈ, ਮੈਨੂੰ ਲੱਗਦਾ ਕਿ ਉਹ ਚਰਨੀ ਸਿੰਘ ਚੰਨੀ ਦਾ, ਜੇ ਆਪਾਂ ਜਿਹੜੇ ਮੌਜੂਦਾ ਵਿਧਾਇਕਾਂ ਨੂੰ ਲੈ ਲਈਏ ਜਾਂ ਮੌਜੂਦਾ ਜਿਹੜੇ ਮੰਤਰੀਆਂ ਨੂੰ ਲੈ ਲਈਏ। ਪਰ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਹੈ ਜੀ। ਸਰਬਜੀਤ ਧਾਲੀਵਾਲ ਜੀ, ਹੁਣ ਗੱਲ ਕਰਦੇ ਹਾਂ ਜਿਹੜਾ ਭਾਜਪਾ ਨੇ ਉਮੀਦਵਾਰ ਐਲਾਨੇ ਨੇ, ਇਹ ਜਿਹੜੀ ਹੁਣ ਹਾਲ ਹੀ ਦੇ ਵਿੱਚ ਲਿਸਟ ਜਾਰੀ ਕੀਤੀ ਹੈ, ਕਿਹਨੂੰ ਕਿੱਥੇ ਤੋਂ ਉਮੀਦਵਾਰ ਐਲਾਨਿਆ ਹੈ ਉਹਨਾਂ ਨੇ? ਦੇਖੋ, ਭਾਜਪਾ ਨੇ ਇੱਕ ਤਾਂ ਜਿੰਨੇ ਵੀ ਪਾਰਟੀਆਂ ਬਦਲ ਕੇ ਆਏ ਸੀ, ਜਿਹਨਾਂ ਨੂੰ ਆਪਾਂ ਦਲ ਬਦਲੂ ਵੀ ਕਹਿ ਦਿੰਦੇ ਆ, ਉਹਨਾਂ ਨੂੰ ਤਕਰੀਬਨ ਸਾਰਿਆਂ ਨੂੰ ਟਿਕਟਾਂ ਨਾਲ ਨਵਾਜ਼ਤਾ ਹੈ। ਫਤਿਹ ਜੰਗ ਬਾਜਵਾ ਜਿਹੜੇ ਹੈਗੇ ਨੇ ਉਹਨਾਂ ਨੂੰ ਬਟਾਲੇ ਤੋਂ ਟਿਕਟ ਦੇ ਦਿੱਤੀ ਗਈ ਹੈ। ਉਹ ਕਾਦੀਆਂ ਤੋਂ ਉਹਨਾਂ ਦੇ ਭਰਾ ਜਿਹੜੇ ਹੈਗੇ ਨੇ ਪ੍ਰਤਾਪ ਬਾਜਵਾ ਚੋਣ ਲੜ ਰਹੇ ਨੇ। ਉਹ ਕਾਂਗਰਸ ਪਾਰਟੀ ਤੇ ਨੇ, ਪਹਿਲਾਂ ਇਹ ਕਾਦੀਆਂ ਤੋਂ ਜਿੱਤੇ ਸੀ, ਤਾਂ ਇਸ ਕਰਕੇ ਹੁਣ ਉਹਨਾਂ ਨੂੰ ਪਾਰਟੀ ਵੀ ਛੱਡਣੀ ਪਈ ਤੇ ਉਹਨਾਂ ਦੀ ਸੀਟ ਵੀ ਬਦਲ ਗਈ, ਬਟਾਲੇ ਚਲੇ ਗਏ ਨੇ। ਦੂਸਰੇ ਪਾਸੇ ਜਿਹੜੇ ਹੈਗੇ ਹਰਜੋਤ ਕਮਲ ਮੋਗੇ ਵਾਲੇ, ਉਹਨਾਂ ਨੂੰ ਵੀ ਟਿਕਟ ਦੇ ਦਿੱਤੀ ਗਈ ਹੈ। ਉਹ ਵੀ ਮੇਰੇ ਖਿਆਲ ਮੋਗੇ ਤੋਂ ਹੁਣ ਆਪਣੀ ਤਿਆਰੀ ਭਾਜਪਾ ਦੇ ਉਮੀਦਵਾਰ ਦੇ ਤੌਰ ਤੇ ਖਿੱਚ ਰਹੇ ਨੇ। ਪਹਿਲਾਂ ਉਹ ਕਾਂਗਰਸ ਪਾਰਟੀ ਵੱਲੋਂ ਲੜੇ ਸੀਗੇ ਤੇ ਜਿੱਤੂ ਰਹੇ ਸੀਗੇ, ਉੱਥੋਂ ਵਿਧਾਇਕ ਚੁਣੇ ਗਏ ਸੀਗੇ। ਪਰ ਉੱਥੇ ਜਿਹਨੂੰ ਕਹਿੰਦੇ ਆ ਕਿ ਕਈ ਵਾਰੀ ਮਾੜੇ ਬੰਦੇ ਨੂੰ ਵਿਚਾਰੇ ਨੂੰ ਜਿਹੜਾ ਤਕੜੇ ਖਿੱਚ ਕੇ ਲੈ ਜਾਂਦੇ ਨੇ, ਉੱਥੇ ਸੋਨੂ ਸੂਦ ਆ ਗਏ। ਸੋਨੂ ਸੂਦ ਫਿਲਮ ਐਕਟਰ ਸੀਗੇ, ਉਹਨਾਂ ਦੀ ਕਾਂਗਰਸ ਹਾਈ ਕਮਾਂਡ ਤੱਕ ਪਹੁੰਚ ਸੀਗੀ
ਤੇ ਉਹ ਆਪਣੀ ਜਿਹੜੀ ਭੈਣ ਹੈਗੀ ਮਾਲਵਿਕਾ ਸੂਦ ਉਹਨੂੰ ਉੱਥੋਂ ਟਿਕਟ ਦਿਵਾਉਣ ਵਿੱਚ ਕਾਮਯਾਬ ਹੋ ਗਏ ਕਾਂਗਰਸ ਪਾਰਟੀ ਦੀ। ਇਸ ਕਰਕੇ ਹਰਜੋਤ ਕਮਲ ਨੂੰ ਕਾਂਗਰਸ ਛੱਡਣੀ ਵੀ ਪਈ ਤੇ ਹੁਣ ਉਹ ਭਾਜਪਾ 'ਚ ਉਹਨੂੰ ਟਿਕਟ ਮਿਲੀ ਹੈ। ਤੋਂ ਮੁਕਾਬਲਾ ਹੁਣ ਉੱਥੇ ਦਿਲਚਸਪ ਹੋ ਜਾਏਗਾ, ਕਿਉਂਕਿ ਇੱਕ ਪਾਸੇ ਸਾਬਕਾ ਵਿਧਾਇਕ ਜਿਹੜੇ ਕਾਂਗਰਸ ਦੇ ਰਹੇ ਨੇ ਉਹ ਲੜ ਰਹੇ ਨੇ, ਦੂਸਰੇ ਪਾਸੇ ਮਾਲਵਿਕਾ ਸੂਦ ਲੜ ਰਹੇ ਨੇ। ਤੋਂ ਦੇਖਦੇ ਹਾਂ ਕਿ ਹਰਜੋਤ ਕਮਲ ਜੇਤੂ ਰਹਿੰਦੇ ਨੇ ਜਾਂ ਮਾਲਵਿਕਾ ਸੂਦ ਜਿਹੜੇ ਹੈਗੇ ਬਾਜੀ ਮਾਰਦੇ ਨੇ। ਹਾਲਾਂਕਿ ਹੋਰ ਉਮੀਦਵਾਰ ਵੀ ਉੱਥੇ ਤਕੜੇ ਮੈਦਾਨ ਵਿੱਚ ਹੈਗੇ ਨੇ। ਸੋ ਇਹਦੇ ਨਾਲ ਨਾਲ ਜਿਹੜੀ 2-3 ਟਿਕਟਾਂ ਹੋਰ ਵੀ ਬੜੀਆਂ ਦਿਲਚਸਪ ਦਿੱਤੀਆਂ ਨੇ ਕੱਲ ਭਾਜਪਾ ਨੇ, ਖਾਸ ਕਰਕੇ ਇੱਕ ਤਾਮਿਲਨਾਡੂ 'ਚ ਪੰਜਾਬ ਦੇ IAS ਅਫਸਰ ਸੀਗੇ ਤਾਮਿਲਨਾਡੂ ਕੇਡਰ ਵਿੱਚ ਜਗਮੋਹਨ ਸਿੰਘ ਰਾਜੂ ਜਿਹੜੇ ਹੈਗੇ ਪੰਜਾਬ ਨੂੰ ਬਿਲੋਂਗ ਕਰਦੇ ਨੇ। ਕਰਮ ਸਿੰਘ ਰਾਜੂ ਹੁੰਦੇ ਸੀ ਪਹਿਲਾਂ ਇੱਕ PCS ਅਫਸਰ, ਬਾਅਦ ਵਿੱਚ ਉਹ IAS ਬਣ ਗਏ ਸੀ। ਉਹਨਾਂ ਦੇ ਬੇਟੇ ਨੇ ਇਹ ਸਿੱਧੇ ਡਾਇਰੈਕਟ IAS 'ਚ ਆਏ ਸੀਗੇ ਤੇ ਇਹਨਾਂ ਨੂੰ ਤਾਮਿਲਨਾਡੂ ਕੇਡਰ ਅਲਾਟ ਹੋਇਆ ਸੀਗਾ। ਸੋ ਜਗਮੋਹਨ ਸਿੰਘ ਰਾਜੂ ਦੇ 14 ਕੁ ਮਹੀਨੇ ਰਹਿੰਦੇ ਸੀ ਸਰਵਿਸ ਦੇ, ਮੇਰਾ ਖਿਆਲ ਹੈ ਉਹਨਾਂ ਨੇ ਉੱਥੋਂ ਸਰਵਿਸ ਤੋਂ ਤਾਮਿਲਨਾਡੂ ਤੋਂ ਰਿਜ਼ਾਈਨ ਕਰਕੇ IAS ਤੋਂ ਤੇ ਉਹ ਆ ਕੇ ਇੱਥੇ ਪੰਜਾਬ 'ਚ ਚੋਣ ਲੜਨ ਦਾ ਫੈਸਲਾ ਕੀਤਾ ਉਹਨਾਂ ਨੇ। ਤੇ ਉਹਨਾਂ ਨੂੰ ਟਿਕਟ ਵੀ ਭਾਜਪਾ ਨੇ ਬੜੀ ਦਿਲਚਸਪ ਸੀਟ ਤੋਂ ਦਿੱਤੀ ਹੈ, ਜਿਹੜੀ ਕਿ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਹ ਹੈਗੀ ਅੰਮ੍ਰਿਤਸਰ ਈਸਟ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਿੱਥੋਂ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ ਦੇ ਸਿੰਘ ਫਸੇ ਹੋਏ ਨੇ, ਨਾਲ ਉੱਥੇ ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ ਵੀ ਲੜਾਈ ਲੜ ਰਹੀ ਹੈ ਉਸ ਸੀਟ ਤੋਂ। ਤਾਂ ਚੌਥੇ ਜਿਹੜੇ ਵੱਡੇ ਉਮੀਦਵਾਰ ਹੋ ਗਏ ਨੇ ਉਹ ਜਗਮੋਹਨ ਸਿੰਘ ਰਾਜੂ ਹੋ ਗਏ ਨੇ IAS, ਸਾਬਕਾ IAS। ਸੋ ਇਹ ਬੜਾ ਦਿਲਚਸਪ ਮਤਲਬ ਵੀ ਮੇਲ ਹੈਗਾ। ਜਿਹੜੇ ਰਾਜੂ ਹੈਗੇ ਨੇ ਇਹ ਦਲਿਤ ਭਾਈਚਾਰੇ ਨੂੰ ਮਤਲਬ ਨਾਲ ਸੰਬੰਧਿਤ ਹੈਗੇ ਨੇ। ਸੋ ਉੱਥੇ ਭਾਜਪਾ ਵੱਲੋਂ ਦਲਿਤ ਭਾਈਚਾਰੇ ਦੇ ਬੰਦੇ ਨੂੰ ਟਿਕਟ ਦੇਣਾ, ਜਿੱਥੇ ਦੋ ਮਤਲਬ ਜੱਟ ਸਿੱਖਾਂ ਦਾ ਆਪਸ ਵਿੱਚ ਮੁਕਾਬਲਾ ਹੋ ਰਿਹਾ ਹੈ ਨਵਜੋਤ ਸਿੰਘ ਸਿੱਧੂ ਦਾ ਤੇ ਵਿਕਰਮ ਸਿੰਘ ਮਜੀਠੀਆ ਦਾ, ਮੇਰਾ ਖਿਆਲ ਹੈ ਕਿ ਟੈਕਟੀਕਲੀ ਮੈਨੂੰ ਕਾਫੀ ਇਹ ਇੱਕ ਨਾ ਬੜਾ ਤਿੱਖਾ ਮੂਵ ਲੱਗਦਾ, ਜਿਹਨੂੰ ਆਪਾਂ ਕਹਿੰਦੇ ਨਾ ਚਲਾਕ ਚੁਸਤ ਮੂਵ ਲੱਗਦਾ ਹੈ। ਜੇ ਫਰਜ਼ ਕਰੋ ਕਿ ਉੱਥੇ ਹਿੰਦੂ ਭਾਈਚਾਰਾ ਭਾਜਪਾ ਵੱਲ ਝੁਕ ਜਾਂਦਾ ਹੈ, ਨਾਲ SC ਵੋਟ ਜਿਹੜੀ ਦਲਿਤ ਭਾਈਚਾਰੇ ਦੀ ਵੋਟ ਤੇ BC ਵੋਟ ਪੈ ਜਾਂਦੀ ਹੈ ਜਗਮੋਹਨ ਸਿੰਘ ਰਾਜੂ ਨੂੰ, ਤਾਂ ਇੱਕ ਉੱਥੇ ਤਕੜੇ ਉਮੀਦਵਾਰ ਤਕੜੀ ਟੱਕਰ ਮੇਰਾ ਖਿਆਲ ਦੇਣ ਵਿੱਚ ਕਾਮਯਾਬ ਹੋ ਸਕਦੇ ਨੇ ਨਵਜੋਤ ਸਿੰਘ ਸਿੱਧੂ ਨੂੰ ਤੇ ਵਿਕਰਮ ਮਜੀਠੀਆ ਨੂੰ। ਸੋ ਇਸ ਕਰਕੇ ਇਹ ਮੁਕਾਬਲਾ ਜਿਹੜਾ ਬਹੁਤ ਮੈਨੂੰ ਦਿਲਚਸਪ ਇਸ ਐਂਗਲ ਤੋਂ ਮੈਂ ਦੇਖ ਰਿਹਾ ਇਸ ਨੂੰ ਕਿ ਬਹੁਤ ਜ਼ਿਆਦਾ ਦਿਲਚਸਪ ਮੁਕਾਬਲਾ ਉੱਥੇ ਹੋਰ ਵੀ ਬਣ ਗਿਆ ਹੈਗਾ। ਇਸ ਦੇ ਨਾਲ ਨਾਲ ਵਿਜੇ ਸਾਂਪਲਾ ਜਿਹੜੇ ਹੈਗੇ ਨੇ ਉਹਨਾਂ ਨੂੰ ਟਿਕਟ ਦਿੱਤੀ ਆ ਫਗਵਾੜੇ ਤੋਂ। ਵਿਜੇ ਸਾਂਪਲਾ ਤੇ ਸੋਮ ਪ੍ਰਕਾਸ਼ ਜਿਹੜੇ ਹੈਗੇ ਦੋ ਭਾਜਪਾ ਦੇ ਵੱਡੇ ਨੇਤਾ ਹੈਗੇ ਨੇ, ਉਹਨਾਂ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ। ਕਾਫੀ ਦੇਰ ਤੋਂ ਉਹਨਾਂ ਦਾ ਟਕਰਾਅ ਪਾਰਟੀ ਦੇ ਅੰਦਰ ਚੱਲ ਰਿਹਾ ਹੈ। ਸੋ ਕੀ ਹੁਣ ਸੋਮ ਪ੍ਰਕਾਸ਼ ਹੋ ਤੋਂ ਉਹਨਾਂ ਦੀ ਮਦਦ ਕਰਨਗੇ, ਵਿਜੇ ਸਾਂਪਲਾ ਦੀ ਨਹੀਂ ਕਰਨਗੇ, ਇਹ ਵੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈਗਾ। ਮਦਨ ਮੋਹਨ ਮਿੱਤਲ ਦੇ ਬੇਟੇ ਨੂੰ ਟਿਕਟ ਨਹੀਂ ਮਿਲੀ ਅਨੰਦਪੁਰ ਸਾਹਿਬ ਤੋਂ, ਤੇ ਉਹ ਭਾਜਪਾ ਵੱਲੋਂ ਚਾਹੁੰਦੇ ਸੀ ਕਿ ਉਹਦੇ ਬੇਟੇ ਨੂੰ ਟਿਕਟ ਮਿਲੇ। ਵਕੀਲ ਨੇ ਇੱਥੇ ਉਹਦੇ ਬੇਟੇ ਹਾਈ ਕੋਰਟ ਵਿੱਚ, ਤਾਂ ਉਹਨਾਂ ਦੇ ਵੀ ਤੇਵਰ ਤਿੱਖੇ ਹੋਏ ਨੇ। ਮੇਰਾ ਖਿਆਲ ਹੈ ਕਿ ਉਹ ਵੀ ਇੱਕ ਦਿਨ ਮੀਟਿੰਗ ਕਰਕੇ ਹੋ ਸਕਦਾ ਭਾਜਪਾ ਦੇ ਖਿਲਾਫ ਝੰਡਾ ਚੱਕ ਦੇਣ, ਆਪਣੇ ਬੇਟੇ ਨੂੰ ਆਜ਼ਾਦ ਖੜਾ ਕਰ ਦੇਣ। ਹਾਲੇ ਫੈਸਲਾ ਤਾਂ ਨਹੀਂ ਹੋਇਆ, ਪਰ ਮੈਨੂੰ ਇਸ ਤਰ੍ਹਾਂ ਦੀਆਂ ਖਬਰਾਂ ਅੰਦਰੋਂ ਅੰਦਰ ਹੀ ਮਿਲ ਰਹੀਆਂ ਨੇ। ਤੇ ਇਕਬਾਲ ਸਿੰਘ ਲਾਲਪੁਰਾ ਨੂੰ ਰੋਪੜ ਤੋਂ ਟਿਕਟ ਦਿੱਤੀ ਹੈ। ਇਹ ਜਿਹੜੇ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਹੈਗੇ ਨੇ ਉਹਨਾਂ ਨੂੰ ਬਣਾਇਆ, ਮਤਲਬ ਟਿਕਟ ਦਿੱਤੀ ਹੈ। ਇਹ ਵੀ ਦਿਲਚਸਪ ਗੱਲ ਹੈਗੀ। ਪੁਰਾਣੇ ਪੁਲਿਸ ਅਫਸਰ ਹੈਗੇ ਨੇ, ਪਿਛਲੇ ਦਿਨਾਂ 'ਚ ਉਹ ਭਾਜਪਾ 'ਚ ਕਾਫੀ ਦੇਰ ਪਹਿਲਾਂ ਭਾਜਪਾ 'ਚ ਕਹਿ ਸਕਦੇ ਹਾਂ ਕਿ ਸਰਗਰਮ ਹੋਏ ਨੇ, ਤੇ ਉਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਨੇ। ਗੁਜਰਾਤ ਜਿਹੜੇ ਸਿੱਖ ਭਾਈਚਾਰੇ ਦੀਆਂ ਪ੍ਰੋਬਲਮ ਆ ਉੱਥੇ ਉਹ ਵੀ ਗਏ ਸੀ ਜਿਹੜਾ ਸੁਣਨ ਵਾਸਤੇ। ਸੋ ਕਾਫੀ ਦੇਰ ਤੋਂ ਸਿੱਖ ਭਾਈਚਾਰੇ 'ਚ ਐਕਟਿਵ ਹੋਏ ਨੇ, ਉਹਨਾਂ ਨੂੰ ਬਣਾਇਆ ਗਿਆ ਕੈਂਡੀਡੇਟ ਰੋਪੜ ਤੋਂ। ਸੋ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਹੈਗੀ, ਭਾਜਪਾ ਨੇ ਤਕਰੀਬਨ ਜਿਹੜੇ ਕੈਂਡੀਡੇਟ ਖੜੇ ਕੀਤੇ ਨੇ ਉਹ ਕਾਫੀ ਮਜ਼ਬੂਤ ਨੇ। ਇਸ ਤਰ੍ਹਾਂ ਨਹੀਂ ਵੀ ਖਾਨਾ ਪੂਰਤੀ ਨਹੀਂ ਕੀਤੀ, ਕਾਫੀ ਛਾਂਟ ਕੇ ਸੋਚ ਵਿਚਾਰ ਤੋਂ ਬਾਅਦ ਉਮੀਦਵਾਰਾਂ ਨੂੰ ਜਿਹੜਾ ਉਮੀਦਵਾਰ ਬਣਾਇਆ ਗਿਆ। ਪਰ ਹਰਜੀਤ ਜਿਹੜੇ ਗਰੇਵਾਲ ਹੈ ਉਹਨਾਂ ਨੂੰ ਟਿਕਟ ਨਹੀਂ ਮਿਲੀ। ਉਹ ਗਾਹਕ ਸੀਗੇ ਰਾਜਪੁਰਾ ਤੋਂ ਟਿਕਟ ਦੇ। ਤੁਹਾਨੂੰ ਪਤਾ ਹੈ ਕਿ ਕਿਸਾਨ ਮੋਰਚੇ ਨੂੰ ਲੈ ਕੇ ਕਾਫੀ ਵਾਦ-ਵਿਵਾਦ 'ਚ ਰਹੇ, ਕਿਸਾਨਾਂ ਨਾਲ ਉਹਨਾਂ ਦਾ ਟਕਰਾਓ ਵੀ ਰਿਹਾ ਤੇ ਪੰਜਾਬ 'ਚ ਵੀ ਕਾਫੀ ਟਕਰਾਓ ਹੁੰਦਾ ਰਿਹਾ। ਸੋ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਭਾਜਪਾ ਨੇ ਟਿਕਟ ਨਹੀਂ ਦਿੱਤੀ ਰਾਜਪੁਰੇ ਤੋਂ, ਤੇ ਉੱਥੋਂ ਰਾਜਪੁਰੇ ਤੋਂ ਜਿਹੜਾ ਖੜਾ ਕੀਤਾ ਉਹ ਥੋੜ੍ਹੇ ਦਿਨ ਪਹਿਲਾਂ ਹੀ 2-3 ਦਿਨ ਪਹਿਲਾਂ ਹੀ ਪੱਕਾ ਭਾਜਪਾ ਸ਼ਾਮਲ ਹੋਇਆ ਸੀ, ਉਹਨੂੰ ਟਿਕਟ ਦੇ ਦਿੱਤੀ ਗਈ ਹੈ। ਪਹਿਲਾਂ ਉਹ ਆਪਣੇ ਕੈਪਟਨ ਅਮਰਿੰਦਰ ਸਿੰਘ ਨਾਲ ਚਲੇ ਗਏ ਸੀ, ਪਰ ਲੋਕਾਂ ਨੂੰ ਤਾਂ ਉਸ ਸਮੇਂ ਪਤਾ ਲੱਗਾ ਜਦੋਂ ਉਹਦਾ ਨਾਂ ਭਾਜਪਾ ਦੇ ਉਮੀਦਵਾਰ ਦੇ ਤੌਰ ਤੇ ਐਲਾਨ ਹੋ ਗਿਆ ਕਿ ਉਹ ਭਾਜਪਾ ਸ਼ਾਮਲ ਹੋ ਗਏ ਨੇ। ਜੀ ਹੁਣ ਗੱਲ ਕਰੀਏ ਸੁਖਪਾਲ ਖਹਿਰਾ ਦੀ। ਸੁਖਪਾਲ ਖਹਿਰਾ ਨੂੰ ਤਾਂ ਕਹਿੰਦੇ ਪੱਕੀ ਜ਼ਮਾਨਤ ਮਿਲ ਗਈ, ਪਰ ਮਜੀਠੀਏ ਨੂੰ ਜਿਹੜੀ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਉਹ ਕਦੋਂ ਤੱਕ? ਸ਼ਾਇਦ ਸੋਮਵਾਰ ਤੱਕ ਹੈ। ਇਸ ਦੇ ਬਾਰੇ ਵਿਸਤਾਰ ਨਾਲ ਦੱਸੋ, ਤੇ ਇਸ ਦਾ ਜਿਹੜੀ ਸਿਆਸਤ ਚੱਲ ਰਹੀ ਹੈ ਪੰਜਾਬ ਵਿੱਚ ਉਸ ਤੇ ਕੀ ਇੰਪੈਕਟ ਪਵੇਗਾ ਇਹਨਾਂ ਦੋਹਾਂ ਦੀ ਜ਼ਮਾਨਤ ਦਾ?
ਦੇਖੋ ਖੈਰਾ ਸਾਹਿਬ ਤਾਂ ਹੁਣ ਪੱਕੀ ਜ਼ਮਾਨਤ ਮਿਲ ਹੀ ਗਈ ਆ। ਹਾਲਾਂਕਿ ਜਿਹੜੀ ਲੋਅਰ ਕੋਰਟ ਹੈ ਉਹਨਾਂ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਵੀ ਉਹ ਕਾਗਜ਼ ਭਰ ਸਕਦੇ ਆ ਆਪਦੇ, ਤੇ ਕਹਿੰਦਾ ਕਾਗਜ਼ ਭਰਨ ਦੀ ਪਰਮਿਸ਼ਨ ਦਿੱਤੀ ਸੀ। ਪਰ ਫਿਰ ਸ਼ਾਮ ਨੂੰ ਉਹਨਾਂ ਦੀ ਰਿਜ਼ਰਵ ਰੱਖੀ ਹੋਈ ਸੀ ਜੱਜਮੈਂਟ, ਕਈ ਦਿਨਾਂ ਤੋਂ 3-4 ਪਹਿਲਾਂ ਦਿਨ ਤੋਂ ਰਿਜ਼ਰਵ ਚੱਲ ਰਹੀ ਸੀ, ਆਰਗੂਮੈਂਟ ਹੋ ਗਏ ਸੀਗੇ ਜ਼ਮਾਨਤ ਵਾਸਤੇ। ਪਰ ਜੱਜ ਸਾਹਿਬ ਹਾਈ ਕੋਰਟ ਨੇ ਫੈਸਲਾ ਨਹੀਂ ਸੀ ਐਲਾਨਿਆ। ਕੱਲ ਦੁਪਹਿਰ ਤੋਂ ਬਾਅਦ ਉਹਨਾਂ ਬਾਰੇ ਫੈਸਲਾ ਵੀ ਆ ਗਿਆ, ਤੇ ਇਸ ਕਰਕੇ ਉਹਨਾਂ ਨੂੰ ਹੁਣ ਪੱਕੀ ਜ਼ਮਾਨਤ ਮਿਲ ਗਈ ਤੇ ਖੁੱਲ੍ਹ ਕੇ ਆਪਣੀ ਉਹ ਚੋਣ ਪ੍ਰਚਾਰ ਵੀ ਕਰ ਸਕਦੇ ਆ, ਆਪਣੀ ਚੋਣ ਦੀ ਲੜਾਈ ਵੀ ਲੜ ਸਕਦੇ ਆ। ਤੇ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਵਾਸਤੇ ਕੋਈ ਕਿਸੇ ਕਿਸਮ ਦੀ ਇਸ ਸੰਬੰਧ ਵਿੱਚ ਤਾਂ ਕੋਈ ਰੋਕ ਨਹੀਂ। ਹਾਲਾਂਕਿ ਵਿਰੋਧੀ ਧਿਰਾਂ ਉਹਨਾਂ ਤੇ ਹਮਲੇ ਕਰ ਸਕਦੀਆਂ ਨੇ ਕਿ ਜੀ ਇਹਨਾਂ ਤੇ ਈਡੀ ਦਾ ਕੇਸ ਹੈ, ਜੇ ਇਸ ਤਰ੍ਹਾਂ ਦੀਆਂ ਗੱਲਾਂ ਦੇ ਜਿਹੜੇ ਜਿਸ ਤਰ੍ਹਾਂ ਕਿ ਅਕਸਰ ਦੋਸ਼ ਲੱਗਦੇ ਹੁੰਦੇ ਨੇ ਚੋਣਾਂ ਵਿੱਚ ਉਹ ਲੱਗਣਗੇ। ਪਰ ਅੱਜ ਮਜੀਠੀਆ ਸਾਹਿਬ ਮੇਰਾ ਆਪਣਾ ਜਿਹੜੇ ਖਹਿਰਾ ਸਾਹਿਬ ਹੈ, ਮੇਰਾ ਖਿਆਲ ਹੈ ਕਿ ਅੱਜ ਉਹਨਾਂ ਨੂੰ ਰਿਹਾ ਕਰਤਾ ਜਾਏਗਾ। ਉਹ ਪਟਿਆਲਾ ਜੇਲ੍ਹ ਵਿੱਚ ਨੇ, ਅੱਜ ਉਹ ਮੇਰੇ ਖਿਆਲ ਉਹਦੀ ਰਿਹਾਈ ਹੋ ਜਾਏਗੀ, ਕਿਉਂਕਿ ਕੱਲ ਆਰਡਰ ਵਗੈਰਾ ਪਹੁੰਚ ਗਏ ਹੋਣੇ। ਹੋ ਸਕਦਾ ਰਾਤ ਦੀ ਰਿਹਾਈ ਹੋ ਗਈ, ਰਾਤ ਵੀ ਰਿਹਾਈ ਹੋ ਗਈ ਹੋਵੇ, ਪਰ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ। ਪਰ ਅੱਜ ਤਾਂ ਪੱਕੀ, ਜੇ ਅੱਜ ਕਾਗਜ਼ ਪੱਤਰ ਜੇ ਪਹੁੰਚ ਗਏ ਤੇ ਅੱਜ ਤਾਂ ਪੱਕੀ ਰਿਹਾਈ ਹੋ ਜਾਣੀ ਜੇ ਨਹੀਂ ਹੋਈ। ਤੇ ਉਹ ਦੂਸਰੇ ਪਾਸੇ ਜਿਹੜੇ ਮਜੀਠੀਆ ਸਾਹਿਬ ਨੇ ਉਹਨਾਂ ਨੂੰ ਤਾਂ ਮੇਰੀ ਸੁਪਰੀਮ ਕੋਰਟ ਚੋਂ ਹਾਈ ਕੋਰਟ ਚੋਂ ਦੀ ਜ਼ਮਾਨਤ ਰੱਦ ਹੋਈ ਸੀ, ਫਿਰ ਉਹ ਸੁਪਰੀਮ ਕੋਰਟ ਚਲੇ ਗਏ ਸੀਗੇ। ਤੇ ਸੁਪਰੀਮ ਕੋਰਟ ਨੇ ਕੱਲ ਉਹਨਾਂ ਨੂੰ ਰਾਹਤ ਦਿੱਤੀ ਹੈ, ਕਹਿੰਦੇ 3-4 ਦਿਨਾਂ ਦੀ ਹੋਰ, ਕਿ ਉਹ 3-4 ਦਿਨਾਂ 'ਚ ਆਪਣੇ ਕਾਗਜ਼ ਪੱਤਰ ਭਰ ਸਕਦੇ ਨੇ। ਅੱਜ ਮਜੀਠੀਆ ਸਾਹਿਬ ਕਾਗਜ਼ ਪੱਤਰ ਭਰ ਰਹੇ ਨੇ ਦੋਨਾਂ ਹਲਕਿਆਂ ਤੋਂ। ਮੈਨੂੰ ਪਤਾ ਲੱਗਿਆ ਜੋ ਮਜੀਠਾ ਤੋਂ ਵੀ ਉਹ ਦਾਖਲ ਕਰਨਗੇ ਆਪਣੇ ਕਾਗਜ਼ ਪੱਤਰ, ਫਿਰ ਉਹ ਜਾ ਕੇ ਅੰਮ੍ਰਿਤਸਰ ਈਸਟ ਜਿੱਥੇ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲੜਾਈ ਲੜਨਗੇ ਉੱਥੋਂ ਵੀ ਕਾਗਜ਼ ਪੱਤਰ ਭਰਨਗੇ, ਕਿਉਂਕਿ ਦਿਨ ਅੱਜ ਦਾ ਹੀ ਹੈ। ਪਰ ਕੱਲ ਜੇ ਜਿਹੜਾ ਆਪਾਂ ਜੇ ਪੰਜਾਬ ਦੇ ਹਿਸਾਬ ਨਾਲ ਲਾਈਏ, ਇੰਡੀਆ ਦੇ ਹਿਸਾਬ ਨਾਲ ਲਾਈਏ ਤਾਂ ਕੱਲ ਸੈਚਰਡੇ ਹੈ, ਪਰਸੋਂ ਸੰਡੇ ਹੈ, ਫਿਰ ਅਗਲੇ 2 ਦਿਨ ਤਾਂ ਦਫ਼ਤਰ ਬੰਦ ਰਹਿਣਗੇ, ਅਗਲੇ 2 ਦਿਨ ਤਾਂ ਕਾਗਜ਼ ਭਰਨ ਦਾ ਸਮਾਂ ਨਹੀਂ ਹੋਏਗਾ। ਸੋਮਵਾਰ ਤੱਕ ਉਹਨਾਂ ਦੀ ਜ਼ਮਾਨਤ ਹੈਗੀ ਹੈ। ਸੋ ਇਸ ਕਰਕੇ ਕਾਗਜ਼ ਤਾਂ ਉਹ ਮੇਰਾ ਖਿਆਲ ਹੈ ਕਿ ਅੱਜ ਦਾਖਲ ਦੋਨਾਂ ਥਾਵਾਂ ਤੋਂ ਕਰਾ ਦੇਣਗੇ, ਤੇ ਸੋਮਵਾਰ ਤੋਂ ਬਾਅਦ ਫਿਰ ਕੀ ਉਹਨਾਂ ਦੀ ਜਿਹੜਾ ਉੱਥੇ ਸੁਪਰੀਮ ਕੋਰਟ 'ਚ ਜਿਹੜਾ ਕੇਸ ਲੱਗਿਆ ਹੋਇਆ ਹੈ ਉੱਥੇ ਰੈਗੂਲਰ ਹੀਅਰਿੰਗ ਹੋਏਗੀ, ਕੀ ਉਹਨਾਂ ਨੂੰ ਪੱਕੀ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ, ਇਹ ਦੇਖਣਾ ਪਏਗਾ। ਤੇ ਹਾਲੇ ਇਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ, ਕਿਉਂਕਿ ਕੇਸ ਕਾਫੀ ਕੰਪਲੈਕਸ ਹੈ, ਗੁੰਝਲਦਾਰ ਕੇਸ ਹੈਗਾ। ਉਹਦੇ 'ਚ ਕਿਸ ਤਰ੍ਹਾਂ ਦੀ ਕੀ ਰਾਹਤ ਮਿਲੇਗੀ ਜਾਂ ਨਹੀਂ ਮਿਲੇਗੀ, ਇਹ ਦੇਖਣ ਵਾਲੀ ਗੱਲ ਹੈ। ਕਾਨੂੰਨੀ ਮਾਰੀ ਦੇ ਬਾਰੇ ਕੋਈ ਨਾ ਕੋਈ ਗੱਲ ਦੱਸ ਸਕਦੇ ਨੇ, ਪਰ ਹਾਲ ਦੀ ਘੜੀ ਜਿਹੜੇ ਮਜੀਠੀਆ ਹੈਗੇ ਨੇ ਉਹ ਆਪਣੇ ਕਾਗਜ਼ ਭਰਨ ਅੱਜ ਜਾ ਰਹੇ ਨੇ। ਜੀ ਸਰਬਜੀਤ ਧਾਲੀਵਾਲ ਜੀ, ਹੁਣ ਗੱਲ ਕਰਦੇ ਹਾਂ ਦਿੱਲੀ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਹੈ ਉਸ ਦੀ ਸਿਆਸਤ ਦੀ। ਪਰਮਜੀਤ ਸਰਨਾ ਬਹੁਤ ਦੇਰ ਪ੍ਰਧਾਨ ਰਹੇ ਨੇ, ਕਾਫੀ ਸਾਲ ਪਹਿਲਾਂ, ਲੇਕਿਨ ਉਸ ਤੋਂ ਬਾਅਦ ਇਹਨਾਂ ਦੇ ਪੈਰ ਜਮੇ ਨਹੀਂ ਹੈ। ਤੇ ਇਸ ਵੇਲੇ ਉਹ ਹੁਣ ਕਿਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਚੁਣੌਤੀ ਦੇਣ ਦੀ ਗੱਲ ਕਰ ਰਹੇ ਨੇ? ਦੇਖੋ, ਥੋੜੇ ਦਿਨ ਪਹਿਲਾਂ ਉੱਥੇ ਚੋਣ ਹੋਈ ਸੀਗੀ। ਜਿਹੜੀ ਚੋਣ ਸੀ ਉਹ ਮੇਰਾ ਖਿਆਲ ਹੈ ਕਿ 10-12 ਘੰਟੇ ਚੱਲੀ ਸੀ, ਤੇ ਬਹੁਤ ਉੱਥੇ ਅੰਦਰ ਜਿਹੜੀ ਕੀ ਧੱਕਾ ਮੁੱਕੀ ਵੀ ਹੋਈ, ਲੜਾਈ ਵੀ ਹੋਈ। ਤੋ ਉਹਦੇ ਕਰਕੇ ਉੱਥੇ ਪੁਲਿਸ ਬਣਾਉਣੀ ਪਈ ਸੀ। ਕੱਲ ਸਰਨਾ ਸਾਹਿਬ ਜਿਹੜੇ ਹੈਗੇ ਅੰਮ੍ਰਿਤਸਰ ਆਏ ਸੀਗੇ, ਤੇ ਉਹਨਾਂ ਨੇ ਉੱਥੇ ਆ ਕੇ ਕਿਹਾ ਹੈ, ਬਿਆਨ ਜਾਰੀ ਕੀਤਾ ਹੈ, ਜਾਂ ਕਹਿ ਲਓ ਪੱਤਰਕਾਰਾਂ ਨੂੰ ਦੱਸਿਆ ਹੈਗਾ ਕਿ ਜਿਹੜੀ ਵੀ ਉੱਥੇ ਪੁਲਿਸ ਬੁਲਾਈ ਗਈ ਆਪਣਾ ਦਿੱਲੀ ਚੋਣ ਕਰਾਉਣ ਵਾਸਤੇ, ਉਹਦੇ ਵਿੱਚ ਸੰਬੰਧ ਵਿੱਚ ਅਸੀਂ ਕੋਰਟ ਵਿੱਚ ਜਾ ਰਹੇ ਹਾਂ, ਤੇ ਕੋਰਟ ਵਿੱਚ ਅਸੀਂ ਚੈਲੰਜ ਕਰਾਂਗੇ। ਮਤਲਬ ਉਹਦਾ ਕਹਿਣ ਤੋਂ ਭਾਵ ਸੀ ਕਿ ਜਿਹੜਾ ਵਿਰੋਧੀ ਧਿਰ ਸੀਗੀ ਉਹਨਾਂ ਨੇ ਪੁਲਿਸ ਦੀ ਮਦਦ ਨਾਲ ਜਿਹੜੀ ਚੋਣ ਕਰਵਾਈ ਹੈ, ਜਿਹੜੀ ਕਿ ਕਾਨੂੰਨ ਦੇ ਮਤਲਬ ਜਾਂ ਜਿਹੜਾ ਐਕਟ ਹੈਗਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਐਕਟ ਹੈਗਾ ਜਿਹੜਾ, ਉਹਦੇ ਖਿਲਾਫ ਹੈਗੀ। ਇਸ ਕਰਕੇ ਉਹਨਾਂ ਨੇ ਇਸ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ। ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਕਾਫੀ ਲੰਬੇ ਸਮੇਂ ਤੋਂ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਉੱਥੇ ਬਹੁਤ ਵੱਡਾ ਵਾਦ-ਵਿਵਾਦ ਚੱਲ ਰਿਹਾ ਹੈ। ਮਨਜਿੰਦਰ ਸਿੰਘ ਸਰਸਾ ਨੂੰ ਲੈ ਕੇ ਵਾਦ-ਵਿਵਾਦ ਚੱਲਿਆ, ਫਿਰ ਜਿਹੜੇ ਮਨਜੀਤ ਸਿੰਘ ਜੀਕੇ ਹੈਗੇ ਉਹਨਾਂ ਨੂੰ ਲੈ ਕੇ ਉੱਥੇ ਵਾਦ-ਵਿਵਾਦ ਬਹੁਤ ਚੱਲਿਆ, ਤੇ ਨਾਲ ਪਰਮਜੀਤ ਸਿੰਘ ਸਰਨਾ ਗਰੁੱਪ ਜਿਹੜਾ ਹੈਗਾ, ਕਿਸੇ ਸਮੇਂ ਇਹ ਗਰੁੱਪ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੈਸ ਹੋ ਗਈ, ਇਹਨਾਂ ਦੀ ਚੱਲਦੀ ਸੀ। ਉਦੋਂ ਟੌੜਾ ਸਾਹਿਬ ਸੀ, ਟੌੜਾ ਸਾਹਿਬ ਨਾਲ ਇਹਨਾਂ ਦੀ ਬਹੁਤ ਜ਼ਿਆਦਾ ਮਤਲਬ ਮੇਲ ਜੋਲ ਸੀਗਾ ਪਰਮਜੀਤ ਸਿੰਘ ਸਰਨਾ ਦਾ। ਸੋ ਟੌੜਾ ਸਾਹਿਬ ਕਰਕੇ ਇਹ ਕਾਫੀ ਦੇਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਛਾਏ ਰਹੇ। ਪਰ ਜਦੋਂ ਦੇ ਟੌੜਾ ਸਾਹਿਬ ਦੀ ਡੈਥ ਹੋਈ ਹੈ, ਜਦੋਂ ਇਸ ਦੁਨੀਆ ਤੋਂ ਗਏ ਨੇ, ਉਸ ਤੋਂ ਬਾਅਦ ਜਿਹੜੇ ਪਰਮਜੀਤ ਸਿੰਘ ਸਰਨਾ ਗਰੁੱਪ ਹੈਗਾ ਉਹਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪੈਰ ਨਹੀਂ ਲੱਗੇ। ਇਸ ਵਾਰ ਉਹਨੂੰ ਆਸ ਸੀ ਕਿ ਸਾਡਾ ਪ੍ਰਧਾਨ ਬਣ ਜਾਏਗਾ, ਪਰ ਇਹ ਗੱਲ ਉਹਨਾਂ ਦੀ ਸਿਰੇ ਨਹੀਂ ਚੜ੍ਹੀ। ਇਸ ਕਰਕੇ ਹਲੇ ਵੀ ਉੱਥੇ ਲੜਾਈ ਜਿਹੜੀ ਹੈਗੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ
ਚੱਲ ਰਹੀ ਹੈ। ਹਾਲਾਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਅੱਛਾ ਕੰਮ ਕੋਵਿਡ ਦੇ ਦੌਰਾਨ ਕੀਤਾ ਹੈਗਾ। ਕੋਵਿਡ ਦੇ ਦੌਰਾਨ ਉਹਨਾਂ ਨੇ ਲੰਗਰ ਵੀ ਲਾਏ, ਬਹੁਤ ਸਾਰਾ ਲੋਕਾਂ ਦੀ ਮਦਦ ਵੀ ਕੀਤੀ, ਹਸਪਤਾਲ ਵੀ ਖੋਲ੍ਹਿਆ, ਉੱਥੇ ਬਕਾਇਦਾ ਆਕਸੀਜਨ ਦਾ ਲੰਗਰ ਵੀ ਲਾਇਆ, ਤੇ ਜਿਹੜੇ ਮਜ਼ਦੂਰ ਸੀਗੇ, ਮਾਈਗ੍ਰੈਂਟ ਲੇਬਰ ਸੀਗੀ, ਉਹਨਾਂ ਵਾਸਤੇ ਵੀ ਉਹ ਲੰਗਰ ਦਾ ਇੰਤਜ਼ਾਮ ਕਰਦੇ ਸੀ। ਰੋਜ਼ ਲੱਖ ਲੱਖ ਬੰਦੇ ਦਾ ਲੰਗਰ ਬਣਦਾ ਸੀਗਾ। ਮਤਲਬ ਇੰਨੀ ਵਧੀਆ ਢੰਗ ਨਾਲ ਪ੍ਰਬੰਧ ਚੱਲ ਰਿਹਾ ਸੀਗਾ। ਪਰ ਆ ਜਿਹੜੀ ਆਪਸੀ ਲੜਾਈ ਇਹਨਾਂ ਦੀ ਪੋਲੀਟੀਕਲ ਬੰਦਿਆਂ ਦੀ, ਭਾਵੇਂ ਉਹ ਪਰਮਜੀਤ ਸਿੰਘ ਸਰਨਾ ਕਹਿ ਲਓ, ਜੀਕੇ ਲੈ ਲਓ, ਜਾਂ ਮਨਜਿੰਦਰ ਸਿੰਘ ਸਰਸਾ ਲੈ ਲਓ, ਜਿਹੜੀ ਇਹਨਾਂ ਦੀ ਆਪਸੀ ਲੜਾਈ ਹੈ, ਤੂੰ ਮੈਂ ਹੈਗੀ, ਜਿਹੜੀ ਆਪਸ ਵਿੱਚ ਚੱਲ ਰਹੀ ਕਾਫੀ ਲੰਬੇ ਸਮੇਂ ਤੋਂ, ਉਹਦੇ ਕਰਕੇ ਜਿਹੜਾ ਇੱਕ ਇੰਸਟੀਟਿਊਸ਼ਨ ਹੈਗਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਦਾ ਨੁਕਸਾਨ ਹੋ ਰਿਹਾ ਹੈ। ਤੇ ਨਾਲ ਅਖਬਾਰਾਂ ਵਿੱਚ ਜਦੋਂ ਬਿਆਨ ਲੱਗਦੇ ਨੇ ਤਾਂ ਲੋਕ ਮਹਿਸੂਸ ਕਰਦੇ ਨੇ ਕਿ ਕਿਉਂ ਇਹ ਲੜਾਈ ਹੋ ਰਹੀ ਹੈ, ਕੀ ਕਾਰਨ ਹੈ ਇਸ ਲੜਾਈ ਦੇ। ਸੋ ਇਸ ਤਰ੍ਹਾਂ ਇੱਕ ਤਰ੍ਹਾਂ ਦੀ ਸਿੱਖ ਭਾਈਚਾਰੇ ਵਾਸਤੇ ਇਹ ਜਿਹੜੇ ਸਵਾਲ ਜਦੋਂ ਉੱਠਦੇ ਨੇ ਤਾਂ ਉਹਨਾਂ ਦਾ ਜਵਾਬ ਦੇਣਾ ਕਈ ਵਾਰੀ ਬਹੁਤ ਮੁਸ਼ਕਿਲ ਹੁੰਦਾ ਜਦੋਂ ਅਖਬਾਰਾਂ 'ਚ ਖਬਰਾਂ ਲੱਗਦੀਆਂ ਨੇ। ਪਰਮਜੀਤ ਸਿੰਘ ਸਰਨਾ ਨੇ ਕੱਲ੍ਹ ਕਿਹਾ ਕਿ ਅਸੀਂ ਅਦਾਲਤ ਜਾ ਰਹੇ ਹਾਂ। ਸੋ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੀ ਲੜਾਈ ਜਿਹੜੀ ਹੈਗੀ ਇਹ ਨਹੀਂ ਹੋਣੀ ਚਾਹੀਦੀ, ਤੇ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਾਂ ਹੋਰ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਆ, ਉਹਨਾਂ ਨੂੰ ਬੈਠ ਕੇ ਦੋਨਾਂ ਧਿਰਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਅਦਾਲਤਾਂ ਵਿੱਚ ਨਾ ਜਾਓ, ਬਹਿ ਕੇ ਆਪਣੇ ਜਿਹੜੇ ਮਸਲੇ ਹੈਗੇ ਤੁਸੀਂ ਇੱਕ ਬੰਦ ਕਮਰੇ 'ਚ ਬਹਿ ਕੇ ਆਪਣੇ ਮਸਲੇ ਹੱਲ ਕਰ ਲਓ। ਪਰ ਜਿਸ ਤਰ੍ਹਾਂ ਆਪਾਂ ਦੇਖੀ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਸਿੱਖ ਇੰਸਟੀਟਿਊਸ਼ਨਾਂ 'ਚ ਜਿਹੜੀ ਆਪਸੀ ਗਰੁੱਪ ਧੜੇਬਾਜ਼ੀ ਆ, ਉਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ। ਜੀ, ਤੇ ਹੁਣ ਆਪਾਂ 에ਅਰ ਇੰਡੀਆ ਦੀ ਗੱਲ ਕਰੀਏ। ਪਹਿਲਾਂ 에ਅਰ ਇੰਡੀਆ ਕਹਿੰਦੇ ਟਾਟਾ ਕੋਲ ਹੀ ਸੀ, ਇਹਦਾ ਪਿਛੋਕੜ ਕੀ ਹੈ? ਤੇ 67 ਸਾਲ ਫਿਰ 67 ਸਾਲ ਤੋਂ ਬਾਅਦ ਮੁੜ ਕੇ ਫਿਰ ਟਾਟਾ ਦੇ ਕੋਲ ਆ ਗਈ। ਇਹ ਕਿਸ ਤਰ੍ਹਾਂ ਉਤਾਰ ਚੜਾਅ ਹੈ 에ਅਰ ਇੰਡੀਆ, ਕਿਵੇਂ ਕਿਹਦੇ ਹੱਥਾਂ 'ਚ ਗਈ, ਇਸ ਬਾਰੇ ਦੱਸੋ। ਦੇਖੋ, ਇੰਡੀਆ ਦੀ ਇਹ ਸਭ ਤੋਂ ਵੱਡੀ 에ਅਰਲਾਈਨਸ ਹੈਗੀ, ਮਤਲਬ ਆਪਾਂ 에ਅਰ ਇੰਡੀਆ ਜਿਹਨੂੰ ਕਹਿੰਦੇ ਆ। ਪਰ ਇਹਦੀ ਸ਼ੁਰੂਆਤ ਜਿਹੜੀ ਕੀਤੀ ਸੀ ਉਹ ਟਾਟਾ ਪਰਿਵਾਰ ਨੇ ਕੀਤੀ ਸੀਗੀ। 1932 ਵਿੱਚ ਇਹ ਸ਼ੁਰੂ ਹੋਈ ਸੀ ਐਜ ਟਾਟਾ 에ਅਰਲਾਈਨਸ। ਪਰ ਕੁਝ ਦੇਰ ਬਾਅਦ ਜਦੋਂ ਫਰੀडम ਹੋਈ, ਆਜ਼ਾਦੀ ਹੋਈ, ਇੰਡੀਪੈਂਡੈਂਸ ਤੋਂ ਬਾਅਦ 1953 'ਚ ਇਹਦਾ ਕੌਮੀਕਰਨ ਕਰ ਦਿੱਤਾ ਗਿਆ, ਤੇ ਇਹਨੂੰ ਕਹਿੰਦੇ ਆਪਣਾ ਇਹਦਾ ਨਾਂ ਫਿਰ ਬਦਲ ਕੇ ਰੱਖ ਦਿੱਤਾ ਗਿਆ 에ਅਰ ਇੰਡੀਆ। ਪਹਿਲਾਂ ਇਹਦਾ ਨਾਂ ਸੀ ਟਾਟਾ 에ਅਰਲਾਈਨਸ। ਸੋ ਹੁਣ 67 ਸਾਲਾਂ ਬਾਅਦ ਕਹਿ ਲਓ ਆਪਾਂ ਵੀ, ਇੰਨੇ ਸਾਲਾਂ ਬਾਅਦ ਦੁਬਾਰਾ ਫਿਰ ਇਹ ਇੱਕ ਵਾਰੀ ਟਾਟਾ ਕੋਲ ਚਲੀ ਗਿਆ। ਟਾਟਾ ਪਰਿਵਾਰ ਦਾ ਨਾਂ ਤੁਹਾਨੂੰ ਪਤਾ ਹੈ ਕਿ ਬਹੁਤ ਮਸ਼ਹੂਰ ਹੈਗਾ। ਸਭ ਤੋਂ ਪਹਿਲੇ ਜਿਹੜੇ ਵੱਡੇ ਇੰਡਸਟਰੀਸਟ ਹੋਏ ਨੇ ਇੰਡੀਆ ਦੇ, ਉਹ ਟਾਟਾ ਦੇ ਹੈਗੇ ਨੇ। ਟਾਟਾ ਦੇ ਬਿਰਲਾ ਹੁੰਦੇ ਸੀਗੇ। ਉਸ ਤੋਂ ਬਾਅਦ ਫਿਰ ਇਹ ਅੰਬਾਨੀ, ਅਡਾਨੀ, ਇਹ ਤਾਂ ਮਤਲਬ ਕੱਲ੍ਹ ਪਰਸੋਂ ਦੀਆਂ ਗੱਲ ਨਹੀਂ ਕਹਿ ਲਓ ਕਿ ਇਹ ਤਾਂ ਹੁਣੀ ਜਿਹੜਾ ਨੈਸ਼ਨਲ ਸੀਨ 'ਤੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇੰਟਰਨੈਸ਼ਨਲ ਸੀਨ 'ਤੇ ਹੁਣੀ ਆਏ ਨੇ। ਸਭ ਤੋਂ ਪਹਿਲਾਂ ਟਾਟਾ ਹੀ ਚੱਲਦਾ ਸੀ ਹਰੇਕ ਗੱਲ ਵਿੱਚ। ਟਾਟਾ ਦੇ ਟਾਇਰ, ਟਾਟਾ ਦੀਆਂ ਚੱਪਲਾਂ, ਟਾਟਾ ਦੀਆਂ ਮਸ਼ੀਨਾਂ, ਟਾਟਾ ਦੀਆਂ ਪਾਈਪਾਂ, ਹਰੇਕ ਚੀਜ਼ ਤਕਰੀਬਨ ਟਾਟਾ ਦੀ ਹੁੰਦੀ ਸੀ। ਟਾਟਾ ਦੇ ਟਰੱਕ। ਸੋ ਇਹ ਹੁਣ ਪਰਿਵਾਰ ਜਿਹੜਾ ਹੈਗਾ ਦੁਬਾਰਾ ਇਹਨਾਂ ਨੇ ਬੜਾ ਇੰਟਰਸਟ ਲਿਆ ਕਿ ਸਾਨੂੰ ਦੁਬਾਰਾ ਸੰਭਾਲਤੀ ਜਾਵੇ। ਸੋ ਇਹ ਉਹਨਾਂ ਕੋਲ ਚਲੀ ਗਈ ਹੈ, ਤੇ ਮੇਰਾ ਖਿਆਲ ਹੈ ਕਿ ਇਹਨਾਂ ਦਾ ਐਕਸਪੀਰੀਅੰਸ ਵੀ ਹੈਗਾ 에ਅਰਲਾਈਨ ਚਲਾਉਣ ਦਾ। ਸੋ ਮੈਨੂੰ ਲੱਗਦਾ ਕਿ ਅੱਗੇ ਨਾਲੋਂ ਪ੍ਰਬੰਧ ਬਿਹਤਰ ਹੋ ਜਾਏਗਾ। ਬਹੁਤ ਵੱਡਾ ਕਰਜ਼ਾ ਸੀਗਾ ਇਸ 에ਅਰਲਾਈਨ ਦੇ ਥੱਲੇ, ਮਤਲਬ ਇਸ 에ਅਰਲਾਈਨ ਦੇ ਉੱਪਰ ਬਹੁਤ ਵੱਡਾ, ਮਤਲਬ ਡੁੱਬੀ ਚੱਲੀ ਸੀ। ਹੁਣ ਇੱਕ ਤਰ੍ਹਾਂ ਦੀ ਡੁੱਬੀ ਹੋਈ ਸੀ। ਰੋਜ਼ ਹੜਤਾਲਾਂ ਹੁੰਦੀਆਂ ਸੀ, ਕਦੇ ਤਨਖਾਹ ਨਹੀਂ ਸੀ ਮਿਲਦੀ, ਪਾਇਲਟ ਹੜਤਾਲ ਕਰਦੇ ਸੀ, ਕਦੇ ਸਟਾਫ ਹੜਤਾਲ ਕਰਦਾ ਸੀ 에ਅਰਲਾਈਨ ਦਾ। ਤੋਂ ਬਹੁਤ ਬੁਰੀ ਹਾਲਤ ਵਿੱਚੋਂ ਦੀ ਲੰਘ ਰਹੀ ਸੀ। ਕਈ ਤਜਰਬੇ ਵੀ ਕੀਤੇ ਗਵਰਨਮੈਂਟ ਆਫ ਇੰਡੀਆ ਨੇ ਕਿ ਇਹਨੂੰ ਠੀਕ ਰਾਹ 'ਤੇ ਚਲਾ ਲਈਏ, ਪਰ ਨਹੀਂ ਚੱਲੀ ਕਿਉਂਕਿ ਕਰਜ਼ੇ ਦਾ ਬੋਝ ਹੀ ਬਹੁਤ ਵੱਡਾ ਸੀਗਾ। ਤੇ ਟਾਟਾ ਦੇ ਨੇ ਜਿਹੜਾ ਕੁੱਲ ਹੁਣ ਪੈਸਾ ਦੇਣਾ ਹੈਗਾ, ਉਹਦੇ ਵਿੱਚ ਜਿਹੜੀਆਂ 15,300 ਕਰੋੜ ਰੁਪਏ ਦੀਆਂ ਤਾਂ ਲਾਇਬਿਲਟੀਜ਼ ਨੇ, ਜਿਹੜੇ ਕਰਜ਼ਾ ਹੈਗਾ ਉਹ ਟਾਟਾ ਦੇਗਾ। 2700 ਕਰੋੜ ਰੁਪਇਆ ਜਿਹੜਾ ਮੇਰਾ ਖਿਆਲ ਹੈ ਕਿ ਉਹਨਾਂ ਨੇ ਨਗਦ ਜਿਹੜਾ ਗਵਰਨਮੈਂਟ ਆਫ ਇੰਡੀਆ ਨੂੰ ਦੇਣਾ ਹੈ ਇਸ ਦੇ ਬਦਲੇ ਵਿੱਚ, ਖਰੀਦਣ ਦੇ ਬਦਲੇ ਵਿੱਚ। ਇਸ ਤੋਂ ਇਲਾਵਾ ਜਿਹੜਾ ਸਟਾਫ ਹੈਗਾ ਉਹਨੂੰ ਅਬਜ਼ੌਰਵ ਕਰਨਾ ਹੈਗਾ। 3-4 ਤਰ੍ਹਾਂ ਦੀਆਂ ਕੰਡੀਸ਼ਨਾਂ ਹੈਗੀਆਂ ਨੇ। ਕੱਲ੍ਹ ਜਿਹੜੇ ਟਾਟਾ ਦੇ ਜਿਹੜੇ ਮੁੱਖ ਉਹਨਾਂ ਦਾ ਜਿਹੜਾ ਚੀਫ ਹੈਗੇ ਨੇ, ਚੀਫ ਐਗਜ਼ੈਕਟਿਵ ਅਫਸਰ, ਉਹ ਕੱਲ੍ਹ ਪ੍ਰਾਈਮ ਮਿਨਿਸਟਰ ਨੂੰ ਮਿਲੇ ਸੀਗੇ, ਤੇ ਉਸ ਤੋਂ ਬਾਅਦ ਤੁਰੰਤ ਬਾਅਦ ਹੀ, ਥੋੜ੍ਹੀ ਦੇਰ ਬਾਅਦ ਹੀ ਕਹਿੰਦਾ ਜਿਹੜੇ ਕੰਟਰੋਲ ਸੀਗਾ 에ਅਰਲਾਈਨ ਦਾ ਉਹ ਟਾਟਾ ਦੇ ਨੂੰ ਸੌਂਪ ਦਿੱਤਾ ਗਿਆ ਜੀ। ਸੋ ਕਾਫੀ ਦੇਰ ਦੀ ਗੱਲ ਚੱਲ ਰਹੀ ਸੀ। ਹੁਣ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ, ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਣ ਵਾਲੇ ਤੇ ਲੈਣ ਵਾਲੇ ਅੰਬਾਨੀ, ਅਡਾਨੀ, ਇੱਕ ਇਕੱਲੀ 에ਅਰਲਾਈਨ ਹੀ ਨਹੀਂ ਕਹਿੰਦੇ, ਕਾਫੀ ਕੁਛ ਉਹਨਾਂ ਦੇ ਹਵਾਲੇ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ।
ਆ ਦੇਖੋ ਇਹ ਤਾਂ ਕਿਹਾ ਹੀ ਜਾ ਰਿਹਾ ਕਿ ਜਿਹੜੀਆਂ ਵੱਡੀਆਂ ਵੱਡੀਆਂ ਅਦਾਰੇ ਹੈਗੇ, ਖਾਸ ਕਰਕੇ ਜਿਹੜੇ ਪਬਲਿਕ ਸੈਕਟਰ ਦੇ ਅਦਾਰੇ ਹੈਗੇ ਨੇ, ਉਹਨਾਂ ਵਿੱਚ ਮਤਲਬ ਵੀ ਇਸ ਵੇਲੇ ਜਿਹੜਾ ਪ੍ਰਾਈਵੇਟੇਸ਼ਨ ਉਹਨਾਂ ਦੀ ਕੀਤੀ ਜਾ ਰਹੀ ਹੈ, ਪ੍ਰਾਈਵੇਟ ਹੱਥਾਂ 'ਚ ਸੌਂਪੇ ਜਾ ਰਹੇ ਨੇ। ਅਡਾਨੀ ਨੂੰ ਤਾਂ ਬਹੁਤ ਸਾਰੀ ਏਅਰਪੋਰਟ ਜਿਹੜੇ ਹੈਗੇ ਨੇ ਅਡਾਨੀ ਨੂੰ ਤਾਂ ਦੇ ਹੀ ਦਿੱਤੇ ਗਏ ਨੇ। ਇਸ ਵੇਲੇ ਦਿੱਲੀ ਦੇ ਜਿਹੜੇ ਏਅਰਪੋਰਟਸ ਨੇ ਜਾਂ ਹੋਰ ਬਹੁਤ ਸਾਰੀ ਏਅਰਪੋਰਟਸ ਨੇ, ਉਹਦਾ ਕੰਟਰੋਲ ਜਿਹੜਾ ਹੈਗਾ ਉਹ ਅਡਾਨੀ ਕੋਲ ਹੀ ਹੈਗਾ। ਸੋ ਮਤਲਬ ਪੂਰੀ ਤਰ੍ਹਾਂ ਇਸ ਵੇਲੇ ਜਿਹੜੀ ਕਾਰਪੋਰੇਟ ਵਰਲਡ ਹੈਗਾ ਭਾਰਤ ਦਾ, ਉਹ ਪੂਰੀ ਤਰ੍ਹਾਂ ਦੇਸ਼ ਦੀ ਇਕਨੋਮੀ 'ਤੇ ਛਾਇਆ ਹੋਇਆ ਹੈ। ਅਤੇ ਖਾਸ ਕਰਕੇ ਭਾਜਪਾ ਦੇ ਆਉਣ ਤੋਂ ਬਾਅਦ ਪਾਵਰ ਵਿੱਚ ਤਾਂ ਉਹਨਾਂ ਦੀ ਬਹੁਤ ਜ਼ਿਆਦਾ ਮਤਲਬ ਜੈ ਜੈਕਾਰ ਹੋ ਰਹੀ ਹੈ। ਮਤਲਬ ਉਹਨਾਂ ਨੂੰ ਬਹੁਤ ਸਾਰੇ ਅਦਾਰਿਆਂ ਵਿੱਚ ਉਹਨਾਂ ਦਾ ਦਖਲ ਹੋ ਗਿਆ ਹੈ। ਉਹ ਸ਼ੇਅਰ ਲੈ ਰਹੇ ਨੇ, ਕਈ ਥਾਵਾਂ 'ਤੇ ਉਹ ਮੈਜੋਰਟੀ ਸ਼ੇਅਰ ਹੋਲਡਰ ਬਣ ਗਏ ਨੇ। ਸੋ ਜਿਹੜੀਆਂ ਵੱਡੀਆਂ ਆਪਾਂ ਕਹਿ ਸਕਦੇ ਜਿਹੜੇ ਸੋਨੇ ਦੀ ਖਾਣਾ ਮਤਲਬ ਸੋਨੇ ਦੀਆਂ ਮੁਰਗੀਆਂ ਸੀ ਜਿਹੜੀਆਂ, ਉਹ ਸੋਨੇ ਦੀਆਂ ਮੁਰਗੀਆਂ ਵੀ ਇਸ ਵੇਲੇ ਜਿਹਨੂੰ ਸੋਨੇ ਦੇ ਆਂਡੇ ਦੇਣ ਵਾਲੀਆਂ ਮੁਰਗੀਆਂ ਸੀ, ਉਹ ਵੀ ਇਸ ਵੇਲੇ ਪ੍ਰਾਈਵੇਟ ਹੱਥਾਂ ਜਾ ਰਹੀਆਂ ਨੇ। ਖਾਸ ਕਰਕੇ ਜਿਹੜੇ ਗੁਜਰਾਤੀ ਭਾਈਚਾਰੇ ਨਾਲ ਸੰਬੰਧ ਹੈਗੇ ਨੇ, ਜਿਵੇਂ ਸਾਰੇ ਗੁਜਰਾਤ ਦੇ ਨੇ ਰਾਜਾ ਅੰਬਾਨੀ ਹੈਗਾ, ਸਾਰੇ ਹੀ ਗੁਜਰਾਤੀ ਭਾਈਚਾਰੇ ਨਾਲ ਸੰਬੰਧ ਬੰਦੇ ਹੈਗੇ ਨੇ। ਸੋ ਉਹਨਾਂ ਕੋਲੇ ਜਾ ਰਿਹਾ ਬਹੁਤ ਸਾਰਾ ਕੁਛ, ਦਾ ਬਹੁਤ ਸਾਰੀ ਅਦਾਰਿਆਂ ਦਾ ਕੰਟਰੋਲ ਉਹਨਾਂ ਦੇ ਹਵਾਲੇ ਕੀਤਾ ਜਾ ਰਿਹਾ ਜੀ। ਸਰਬਜੀਤ ਧਾਲੀਵਾਲ ਜੀ, ਖਬਰਾਂ ਆ ਰਹੀਆਂ ਨੇ ਕਿ ਸੱਚਾ ਸੌਦਾ ਡੇਰਾ ਮੁਖੀ ਦੇ ਖਿਲਾਫ ਹੁਣ ਬੇਅਦਬੀ ਦੇ ਮਾਮਲੇ ਵਿੱਚ ਅਦਾਲਤ ਵਿੱਚ ਚਾਰਜ ਸ਼ੀਟ ਦਾਇਰ ਹੋ ਗਈ ਹੈ, ਤੇ ਇਸ ਦੇ ਨਾਲ ਲੱਗਦਾ ਹੈ ਹੁਣ ਜਿਹੜਾ ਡੇਰਾ ਮੁਖੀ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ। ਇੱਕ ਤਾਂ ਇਹਦੇ ਬਾਰੇ ਅਪਡੇਟ ਦਿਓ ਤੇ ਬਾਕੀ ਸਵਾਲ ਅੱਗੇ ਚੱਲ ਕੇ ਕਰਾਂਗੇ ਜੀ। ਹਾਂਜੀ, ਮੈਂ ਥੋੜੀ ਸਰੋਤਿਆਂ ਨਾਲ ਇਸ ਬਾਰੇ ਹੋਰ ਵੀ ਜਾਣਕਾਰੀ ਸਾਂਝੀ ਕਰ ਲਵਾਂ ਕਿ ਇੱਕ ਪਿੰਡ ਹੈਗਾ ਫਰੀਦਕੋਟ ਦੇ ਨੇੜੇ, ਉਹਦਾ ਨਾਮ ਹੈਗਾ ਬੁਰਜ ਜਵਾਹਰ ਸਿੰਘ ਵਾਲਾ। ਇਸ ਪਿੰਡ ਵਿੱਚ ਜਿਹੜਾ ਗੁਰਦੁਆਰਾ ਸੀਗੇ, ਉਹਦੇ ਵਿੱਚੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਚੋਰੀ ਕੀਤੀ ਗਈ ਸੀਗੀ, ਤੇ ਉਸ ਦੇ ਸੰਬੰਧ ਵਿੱਚ ਫਿਰ ਬਾਜਰਖਾਨਾ ਥਾਣਾ ਹੈਗਾ ਜਿਹੜਾ ਨੇੜੇ ਉੱਥੇ, ਉਹਦੇ ਵਿੱਚ FIR ਦਰਜ ਕੀਤੀ ਗਈ ਸੀ ਇਹ ਚੋਰੀ ਨੂੰ ਲੈ ਕੇ। ਤੇ ਉਸ ਤੋਂ ਥੋੜੀ ਦੇਰ ਬਾਅਦ ਕੋਈ ਤਕਰੀਬਨ ਅਕਤੂਬਰ ਦੇ ਦੂਜੇ ਹਫ਼ਤੇ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਸੀਗੇ, ਪਵਿੱਤਰ ਅੰਗ, ਉਹ ਵਿਖਰੇ ਹੋਏ ਮਿਲੇ ਉੱਥੇ ਆਲੇ ਦੁਆਲੇ ਦੇ ਪਿੰਡਾਂ ਵਿੱਚ, ਆਲੇ ਦੁਆਲੇ ਦੇ ਇਲਾਕੇ ਵਿੱਚ, ਬਰਗਾੜੀ ਦੇ ਏਰੀਏ ਵਿੱਚ। ਉਸ ਤੋਂ ਬਾਅਦ ਫਿਰ ਬਹੁਤ ਇੱਕ ਵੱਡਾ ਮਸਲਾ ਇਹ ਬਣ ਗਿਆ ਸੀਗਾ, ਤੇ ਜਿਹੜੀ ਪਬਲਿਕ ਸੀਗੀ, ਖਾਸ ਕਰਕੇ ਜਿਹੜੇ ਉਸ ਖਿੱਤੇ ਦੇ ਲੋਕ ਸੀ ਜਾਂ ਪੰਜਾਬ ਦੇ ਸਾਰੇ ਲੋਕ, ਇਸ ਗੱਲ ਨੂੰ ਲੈ ਕੇ ਬੜੇ ਗੁੱਸੇ ਵਿੱਚ ਸਨ ਕਿ ਇਹ ਕਿਸਨੇ ਸ਼ਰਾਰਤ ਕੀਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕੁਝ ਪੋਸਟਰ ਵੀ ਉਸ ਇਲਾਕੇ ਵਿੱਚ ਲੱਗੇ ਸੀ ਤੇ ਧਮਕੀ ਵੀ ਦਿੱਤੀ ਗਈ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਾਂਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਅਸੀਂ ਖਿਲਾਰਾਂਗੇ। ਇਹ ਤਾਂ ਇਸ ਤਰ੍ਹਾਂ ਦੇ ਧਮਕੀ ਭਰੇ ਇਸ਼ਤਿਹਾਰ ਉਸ ਇਲਾਕੇ ਵਿੱਚ ਲੱਗੇ ਸੀ, ਪਰ ਪੁਲਿਸ ਨੇ ਕੋਈ ਬਹੁਤਾ ਇਸ ਬਾਰੇ ਕਾਰਵਾਈ ਨਹੀਂ ਕੀਤੀ। ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਅੰਗ ਮਿਲੇ ਵੀ ਖਿਲਰੇ ਹੋਏ, ਜਿਹੜੇ ਕਿ ਮੈਂ ਤੁਹਾਨੂੰ ਦੱਸਿਆ ਕਿ ਅਕਤੂਬਰ ਦੇ ਦੂਸਰੇ ਹਫ਼ਤੇ ਵਿੱਚ 2015 ਵਿੱਚ, ਤਾਂ ਉਸ ਕੇਸ ਦੇ ਸੰਬੰਧ ਵਿੱਚ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਈ ਸੀ ਤੇ ਉਸ ਤੋਂ ਬਾਅਦ ਬੇਅਦਬੀ ਹੋਈ, ਜਿਸ ਤਰ੍ਹਾਂ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਉੱਥੇ, ਉਸ ਮਸਲੇ ਨੂੰ ਲੈ ਕੇ ਜਿਹੜੀ ਚਾਰਜ ਸ਼ੀਟ ਹੈ, ਸਪਲੀਮੈਂਟ ਦੀ ਚਾਰਜ ਸ਼ੀਟ ਆਪਾਂ ਨੂੰ ਕਹਿੰਦੇ ਆ, ਉਹ ਦਾਖਲ ਕੀਤੀ ਗਈ ਹੈ। ਤੇ ਸਿੱਧੀ ਇਹ ਜਿਹੜੇ ਡੇਰਾ ਮੁਖੀ ਨੇ, ਗੁਰੂ ਰਾਮ ਰਹੀਮ ਕਹਿੰਦੇ ਨੇ ਜਿਹਨੂੰ, ਜਾਂ ਗੁਰਮੀਤ ਰਾਮ ਰਹੀਮ ਕਹਿੰਦੇ ਨੇ, ਉਹਨਾਂ ਦੇ ਖਿਲਾਫ ਇਹ FIR ਦਰਜ ਆਪਣਾ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀਆਂ ਮੁਸ਼ਕਲਾਂ ਰਾਮ ਰਹੀਮ ਵਾਸਤੇ ਹੋਰ ਵੀ ਵੱਧ ਸਕਦੀਆਂ ਨੇ, ਕਿਉਂਕਿ ਰਾਮ ਰਹੀਮ ਚਾਹੁੰਦੇ ਸੀ, ਉਹਦੇ ਜਿਹੜੀ ਕਾਨੂੰਨੀ ਟੀਮ ਉਹਨਾਂ ਦੀ ਡੇਰੇ ਦੀ, ਉਹ ਚਾਹੁੰਦੀ ਸੀ ਕਿ ਇਹ ਦੁਬਾਰਾ ਜਿਹੜੀ ਇਨਕੁਆਇਰੀ ਹੈਗੀ, ਦੁਬਾਰਾ ਇਹ CBI ਤੋਂ ਇਨਕੁਆਇਰੀ ਕਰਾਈ ਜਾਵੇ। ਪੰਜਾਬ ਗੌਰਮੈਂਟ ਨਹੀਂ ਚਾਹੁੰਦੀ ਸੀ ਕਿ ਇਹ ਕੇਸ ਦੁਬਾਰਾ CBI ਕੋਲੇ ਜਾਵੇ, ਤਾਂ ਉਹਨਾਂ ਨੇ ਜਲਦੀ ਵਿੱਚ ਜਿਹੜੀ ਪਰਮਾਰ ਦੇ ਜਿਹੜੇ ਪੁਲਿਸ ਅਫਸਰ ਹੈਗੇ ਨੇ, ਪਰਮਾਰ, ਉਹਨਾਂ ਦੇ ਅੰਦਰ ਇੱਕ ਸਿੱਟ ਬਣੀ ਹੋਈ ਸੀ, ਉਹ ਇਸ ਗੱਲ ਦੀ ਜਿਹੜੀ ਹੈ ਜਾਂਚ ਕਰ ਰਹੀ ਸੀ। ਉਹਨਾਂ ਨੇ 2-3 ਵਾਰੀ ਪੁੱਛਗਿੱਛ ਵੀ ਕੀਤੀ ਜਾ ਕੇ ਡੇਰਾ ਚੀਫ ਨੂੰ, ਜਿਹੜਾ ਡੇਰਾ ਮੁਖੀ ਹੈਗਾ ਉੱਥੇ ਜੇਲ੍ਹ ਵਿੱਚ, ਸਨੈਰੀਆ ਜੇਲ੍ਹ ਵਿੱਚ, ਉੱਥੇ ਗਈ ਵੀ ਸੀ ਟੀਮ, ਤੇ ਉਹ ਜਿਹੜੀ ਪੁੱਛਗਿੱਛ ਦੇ ਆਧਾਰ ਤੇ ਫਿਰ ਇਹ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਸੋ ਮੇਰਾ ਖਿਆਲ ਹੈ ਕਿ ਹੁਣ ਜੇ ਡੇਰਾ ਮੁਖੀ ਜਾਂ ਉਹਨਾਂ ਦੀ ਟੀਮ ਚਾਹੇਗੀ ਵੀ ਕਿ ਮੁੜ ਕੇ ਦੁਬਾਰਾ ਕੇਸ CBI ਕੋਲੇ ਜਾਵੇ, ਹੁਣ CBI ਕੋਲੇ ਕੇਸ ਦੁਬਾਰਾ ਨਹੀਂ ਜਾਏਗਾ, ਕਿਉਂਕਿ ਜਦੋਂ ਕੇਸ CBI ਕੋਲੇ ਜਾਂਦਾ ਹੈ ਫਿਰ ਉਹ ਕਈ ਸਾਲ ਵਾਸਤੇ ਲੰਕ ਜਾਂਦਾ ਹੈ, ਉਹਦੇ ਫੈਸਲੇ ਨਹੀਂ ਹੁੰਦੇ। ਕਈ CBI ਦੇ ਆਪਣਾ ਢੰਗ ਹੈ, ਉਹ ਜਾਂਚ ਕਰਨ ਵਿੱਚ ਬਹੁਤ ਸਮਾਂ ਲਾਉਂਦੀ ਹੈ, ਉਹਨਾਂ ਕੋਲ ਵੈਸੇ ਹੀ ਕੇਸ ਬਹੁਤ ਜ਼ਿਆਦਾ ਨੇ, ਤੇ ਉਹ ਪੰਜਾਬ ਗੌਰਮੈਂਟ ਦੀ ਕੋਸ਼ਿਸ਼ ਸੀ ਕਿ ਮੁੜ ਕੇ ਦੁਬਾਰਾ ਉੱਧਰ ਨਾ ਜਾਵੇ, ਤਾਂ ਉਹਨਾਂ ਨੇ ਫਟਾਫਟ 2-3 ਵਾਰੀ ਪੁੱਛਗਿੱਛ ਕਰਕੇ
ਇਹਨਾਂ ਆਪਣਾ ਰਾਮ ਰਹੀਮ ਦੇ ਖਿਲਾਫ ਹੁਣ ਜਿਹੜੀ ਚਾਰਜਸ਼ੀਟ ਦਾਖਲ ਕਰਤੀ ਹੈ। ਹਾਲਾਂਕਿ ਪੰਜਾਬ ਗਵਰਨਮੈਂਟ ਦੀ ਕੋਸ਼ਿਸ਼ ਇਹ ਸੀ ਕਿ ਇਹ ਪ੍ਰੋਡਕਸ਼ਨ ਵਾਰੰਟ ਲਿਆ ਜਾਵੇ, ਇਹਨੂੰ ਜਾਂ ਇੰਟੈਰੋਗੇਟ ਕੀਤਾ ਜਾਵੇ, ਲਿਆਂਦਾ ਜਾਵੇ, ਪਰ ਉਹ ਇਜਾਜ਼ਤ ਅਦਾਲਤ ਵੱਲੋਂ ਨਹੀਂ ਮਿਲੀ। ਜੀ ਹੁਣ ਇਹ ਤਾਂ ਗੱਲ ਕਲੀਅਰ ਹੋ ਗਈ ਕਿ ਹੁਣ ਸਕੰਜਾ ਹੋਰ ਕੱਸਿਆ ਗਿਆ ਡੇਰਾ ਮੁਖੀ ਤੇ ਉਹਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਚਾਰਜਸ਼ੀਟ ਹੋਣ ਤੋਂ ਬਾਅਦ। ਮੇਰਾ ਅਗਲਾ ਸਵਾਲ ਇਹ ਹੈ, ਇਸ ਵੇਲੇ ਚੋਣਾਂ ਦਾ ਮਾਹੌਲ ਹੈ, ਖਾਸ ਕਰਕੇ 5 ਸੂਬਿਆਂ 'ਚ ਚੋਣਾਂ ਹੋਣ ਜਾ ਰਹੀਆਂ ਨੇ ਤੇ ਇੱਕ ਵੱਡਾ ਵੋਟ ਬੈਂਕ ਹੈ ਡੇਰਾ ਮੁਖੀ ਦੇ ਕੋਲ। ਤੁਹਾਨੂੰ ਯਾਦ ਹੋਏਗਾ ਕਿ ਵੱਖੋ-ਵੱਖ ਸਿਆਸੀ ਪਾਰਟੀਆਂ ਨੇ ਇਸ ਤੇ ਡੇਰੇ ਦੇ ਚੱਕਰ ਲਗਾਉਣੇ ਸ਼ੁਰੂ ਕਰਤੇ ਸੀਗੇ। ਨਾ ਕੇਵਲ ਇਹੀ ਡੇਰਾ, ਬਾਕੀ ਡੇਰਿਆਂ ਦੇ ਕਈਆਂ ਦੇ ਚੱਕਰ ਲਗਾ ਰਹੇ ਸੀ ਕਿਉਂਕਿ ਇਹਨਾਂ ਨੂੰ ਵੱਖੋ-ਵੱਖ ਪਾਰਟੀਆਂ ਦਾ ਉਹਨਾਂ ਦਾ ਵਿੱਚ ਵੋਟ ਬੈਂਕ ਹੈ। ਹੁਣ ਜਦੋਂ ਕਿ ਆਹ ਡੇਰਾ ਮੁਖੀ ਅੰਦਰ ਹੈ, ਚਾਰਜਸ਼ੀਟ ਹੋ ਗਈ ਹੈ ਤੇ ਇਹਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ। ਹਾਲਾਂਕਿ ਹਰਿਆਣਾ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਸੀ ਇਸ ਨੂੰ ਰਿਹਾ ਕਰਾਉਣ ਦੇ ਲਈ, ਉਸ ਦੇ ਪੱਖ ਉਹਨਾਂ ਨੇ ਬਾਰ-ਬਾਰ ਯਤਨ ਕੀਤੇ ਲੇਕਿਨ ਉਹ ਉਸ ਨੂੰ ਨਹੀਂ ਰਿਹਾ ਕਰਾ ਸਕੇ। ਪੰਜਾਬ ਸਰਕਾਰ ਦੇ ਵਿੱਚ ਵੀ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਇਹਦੇ ਨਾਲ ਜੁੜੇ ਹੋਏ ਨੇ, ਸਿੱਧੇ ਤੌਰ ਤੇ ਉਹਨਾਂ ਨੇ ਰਾਬਤਾ ਰੱਖਿਆ ਤੇ ਖਾਸ ਕਰਕੇ ਹੁਣ ਜਦੋਂ ਚੋਣਾਂ ਦਾ ਮਾਹੌਲ ਹੈ ਤਾਂ ਹੁਣ ਮੇਰਾ ਸਵਾਲ ਇਹ ਹੈ ਕਿ ਕਿਹੜੀ ਸਿਆਸੀ ਪਾਰਟੀ ਨੂੰ ਕਿੰਨਾ ਕੁ ਘਾਟਾ ਹੋ ਸਕਦਾ ਤੇ ਕਿਹੜੀ ਨੂੰ ਫਾਇਦਾ ਹੋ ਸਕਦਾ ਹੈ? ਕੀ ਡੇਰਾ ਮੁਖੀ ਦੇ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਕਿਹੜੀ ਸਿਆਸੀ ਪਾਰਟੀ ਤੇ ਕਿਸ ਤਰ੍ਹਾਂ ਦਾ ਤੇ ਕਿੰਨਾ ਕੁ ਪ੍ਰਭਾਵ ਪਵੇਗਾ ਤੁਹਾਡੇ ਅਨੁਸਾਰ? ਦੇਖੋ, ਬੜੀ ਸਪਸ਼ਟ ਗੱਲ ਹੈਗੀ ਕਿ ਕਾਂਗਰਸ ਪਾਰਟੀ ਨੇ ਤਾਂ ਲਗਾਤਾਰ 3-4 ਸਾਲ ਜਦੋਂ ਦਾ ਇਹ ਸੱਤਾ 'ਚ ਆਈ ਹੈ 2017 ਤੋਂ ਬਾਅਦ ਲਗਾਤਾਰ ਡੇਰਾ ਮੁਖੀ ਨੂੰ ਜਿਹੜਾ ਹੈਗਾ ਨਿਸ਼ਾਨੇ ਤੇ ਰੱਖਿਆ। ਉਹਦੇ ਖਿਲਾਫ ਪੂਰੀ ਤਰ੍ਹਾਂ ਮਤਲਬ ਵੀ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀ, ਉਹਦੇ 'ਚ ਵੀ ਇਹ ਗੱਲ ਡਿਸਕਸ ਹੋਈ ਸੀ ਤੇ ਉਸ ਤੋਂ ਬਾਅਦ ਫਿਰ ਜੋ CBI ਕੋਲੇ ਕੇਸ ਗਿਆ, CBI ਤੋਂ ਕੇਸ ਵਾਪਸ ਲੈਣ ਦੀ ਗੱਲ ਹੋਈ। ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਕਿ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਪਾਰਟੀ ਤਾਂ ਡੇਰੇ ਦੇ ਖਿਲਾਫ ਪੂਰੀ ਤਰ੍ਹਾਂ ਭੁਗਤੀ ਹੈ ਤੇ ਪੂਰੀ ਤਰ੍ਹਾਂ ਡੇਰੇ ਦੇ ਖਿਲਾਫ ਰਹੀ ਹੈ। ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਡੇਰਾ ਕਿਸੇ ਤਰ੍ਹਾਂ ਵੀ ਕਾਂਗਰਸ ਦੇ ਕਿਸੇ ਵੀ ਆਗੂ ਦੀ ਮਦਦ ਕਰੇਗਾ। ਡੇਰੇ ਦਾ ਪ੍ਰਭਾਵ ਮੈਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰ ਰਹਾ, ਆਪਣੇ ਸਰੋਤਿਆਂ ਨਾਲ ਸਾਂਝਾ ਕਰ ਰਹਾ। ਡੇਰੇ ਦਾ ਪ੍ਰਭਾਵ ਜਿਹੜਾ ਸਭ ਤੋਂ ਵੱਧ ਹੈਗਾ ਉਹ ਮੁਕਤਸਰ ਬੈਲਟ ਵਿੱਚ ਬਹੁਤ ਜ਼ਿਆਦਾ ਹੈਗਾ, ਰਾਮਪੁਰਾ ਬੈਲਟ ਵਿੱਚ ਵੀ ਕਾਫੀ ਪ੍ਰਭਾਵ ਹੈਗਾ। ਇਸ ਤੋਂ ਇਲਾਵਾ ਸ਼ਤਰਾਣਾ ਦਾ ਏਰੀਆ, ਮਾਨਸਾ ਦਾ ਏਰੀਆ ਜਿਹੜਾ ਹੈਗਾ, ਉੱਥੇ ਸੰਗਰੂਰ ਦੇ ਏਰੀਏ 'ਚ, ਬਰਨਾਲੇ ਏਰੀਏ 'ਚ ਵੀ ਕਾਫੀ ਪ੍ਰਭਾਵ ਹੈਗਾ। ਬਹੁਤ ਸਾਰੇ ਜਿਹੜੇ ਡੇਰੇ ਦੇ ਸ਼ਰਧਾਲੂ ਹੈਗੇ ਉਹ ਇਸ ਇਲਾਕੇ ਵਿੱਚੋਂ ਗੱਡੀਆਂ ਭਰ ਕੇ ਸਰਸੇ ਜਾਂਦੇ ਨੇ, ਹਲੇ ਵੀ ਜਾਂਦੇ ਨੇ, ਪਹਿਲਾਂ ਵੀ ਜਾਂਦੇ ਸੀ, ਹੁਣ ਵੀ ਜਾਂਦੇ ਨੇ। ਇਸ ਤਰ੍ਹਾਂ ਨਹੀਂ ਕਿ ਜੇ ਡੇਰਾ ਮੁਖੀ ਜਿਹੜਾ ਅੰਦਰ ਜੇਲ੍ਹ 'ਚ ਹੈ ਤਾਂ ਉਸ ਤੋਂ ਬਾਅਦ ਸ਼ਰਧਾਲੂ ਉੱਥੇ ਜਾਣੋਂ ਹਟ ਗਏ ਨੇ। ਹਾਲੇ ਵੀ ਕਾਫੀ ਵੱਡੀ ਗਿਣਤੀ ਵਿੱਚ ਲੋਕ ਡੇਰੇ ਹੋ ਕੇ ਆਉਂਦੇ ਨੇ। ਸੋ ਇਹ ਇਲਾਕੇ ਵਿੱਚ ਜ਼ਿਆਦਾ ਪ੍ਰਭਾਵ ਹੈ। ਜੇ ਆਪਾਂ ਕਹੀਏ ਕਿ ਜਿਹੜਾ ਮਾਝਾ ਦੁਆਬਾ ਉੱਥੇ ਬਹੁਤਾ ਕੋਈ ਪ੍ਰਭਾਵ ਨਹੀਂ ਹੈਗਾ, ਇਹ ਜਿਹੜਾ ਪ੍ਰਭਾਵ ਤਕਰੀਬਨ ਮਾਲਵੇ ਤੱਕ ਹੀ ਸੀਮਿਤ ਹੈ। ਸੋ ਜਿਹੜੀ ਕਾਂਗਰਸ ਪਾਰਟੀ ਦਾ ਤਾਂ ਆਪਾਂ ਮੈਂ ਕਹੀ ਚੁੱਕਿਆ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਉਹ ਕਿਸੇ ਕਿਸਮ ਦੀ ਮਦਦ ਕਰੇ, ਆਪਣਾ ਡੇਰਾ ਇਹਨਾਂ ਦੀ ਮਦਦ ਕਰੇ। ਦੂਸਰੇ ਪਾਸੇ ਭਾਜਪਾ ਹੈ, ਕਿਉਂਕਿ ਜਿਹੜਾ ਡੇਰਾ ਮੁਖੀ ਆ ਉਹ ਜੇਲ੍ਹ ਵਿੱਚ ਇਸ ਵੇਲੇ ਹਰਿਆਣੇ 'ਚ ਹੈ ਤੇ ਹਰਿਆਣੇ ਵਿੱਚ ਭਾਜਪਾ ਦੀ ਸਰਕਾਰ ਹੈਗੀ, ਤਾਂ ਜੇਲ੍ਹ 'ਚ ਕੁਛ ਕਿਸਮ ਦੀਆਂ ਸਹੂਲਤਾਂ ਜੇ ਚਾਹੇ ਸਰਕਾਰ ਤਾਂ ਦੇ ਸਕਦੀ ਹੈ ਜਦੋਂ ਕੋਈ ਬੰਦਾ ਜੇਲ੍ਹ 'ਚ ਹੁੰਦਾ ਹੈ, ਕਿਉਂਕਿ ਸਰਕਾਰ ਦੀ ਮਰਜ਼ੀ ਹੁੰਦੀ ਹੈ, ਜੇਲ੍ਹਾਂ ਸਰਕਾਰ ਦੇ ਅੰਡਰ ਹੁੰਦੀਆਂ ਨੇ। ਇਸ ਕਰਕੇ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਭਾਜਪਾ ਦੇ ਪ੍ਰਤੀ ਡੇਰੇ ਦਾ ਜਾਂ ਡੇਰਾ ਮੁਖੀ ਦਾ ਸੌਫਟ ਕਾਰਨਰ ਹੋਵੇ, ਕਿਉਂਕਿ ਉਹਨਾਂ ਦੇ ਹਰਿਆਣੇ ਦੀ ਜੇਲ੍ਹ ਵਿੱਚ ਹੈਗਾ, ਕਿਉਂਕਿ ਬਹੁਤ ਸਾਰੀਆਂ ਲੋੜਾਂ ਪੈਂਦੀਆਂ ਰਹਿੰਦੀਆਂ, ਬਹੁਤ ਸਾਰੀਆਂ ਸਹੂਲਤਾਂ ਦੀ ਲੋੜ ਹੁੰਦੀ ਹੈ, ਬਹੁਤ ਸਾਰੀਆਂ ਮੁਲਾਕਾਤਾਂ ਦੀ ਲੋੜ ਹੁੰਦੀ ਹੈ। ਇਸ ਕਰਕੇ ਇਸ ਵੇਲੇ ਡੇਰਾ ਦਾ ਮੁਖੀ ਜਿਹੜਾ ਉਹ ਹਰਿਆਣਾ ਗੌਰਮੈਂਟ ਤੇ ਨਿਰਭਰ ਹੈ, ਤਾਂ ਹੋ ਸਕਦਾ ਕਿਤੇ ਨਾ ਕਿਤੇ ਜਿਹੜੇ ਡੇਰਾ ਮੁਖੀ ਹੈ ਉਹ ਭਾਜਪਾ ਦੀ ਮਦਦ ਕਰਨ ਦੀ ਕੋਸ਼ਿਸ਼ ਕਰੇ। ਡੇਰਾ ਦੀ ਜਿਹੜੀ ਡੇਰੇ ਦੀ ਬਣੀ ਹੋਈ ਆ ਪੋਲੀਟੀਕਲ ਕਮੇਟੀ, ਉਹਦੇ ਜਿਹੜੇ ਮੁਖੀ ਹੈਗੇ ਉਹ TV ਤੇ ਕਹਿ ਚੁੱਕੇ ਨੇ ਕਿ ਅਸੀਂ ਉਹਨਾਂ ਪਾਰਟੀਆਂ ਨੂੰ ਤਾਂ ਬਿਲਕੁਲ ਮਦਦ ਨਹੀਂ ਕਰਾਂਗੇ ਜਿਨ੍ਹਾਂ ਨੇ ਸਾਨੂੰ ਦੁਖੀ ਕੀਤਾ, ਤੰਗ ਕੀਤਾ ਜਾਂ ਪਰੇਸ਼ਾਨ ਕੀਤਾ ਹੈ। ਹਾਂ, ਦੂਸਰੀਆਂ ਪਾਰਟੀਆਂ ਬਾਰੇ ਸਾਡੀ ਸੋਚ ਸਕਦੀ ਹੈ, ਕਹਿੰਦਾ ਸਾਡਾ ਡੇਰਾ ਸੋਚ ਸਕਦਾ ਕਿ ਅਸੀਂ ਕਿਹਦੀ ਮਦਦ ਕਰਨੀ ਹੈ। ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਅਸੀਂ ਦੂਜੀਆਂ ਪਾਰਟੀਆਂ ਹੋ ਸਕਦਾ ਕਿ ਮਤਲਬ ਇਹ ਸਾਰੀ ਪਾਰਟੀ ਦੀ ਪੂਰੀ ਸਾਰੇ ਉਮੀਦਵਾਰਾਂ ਦੀ ਨਾ ਮਦਦ ਕਰੀਏ, ਜਿੱਥੇ ਕੋਈ ਸਾਨੂੰ ਲੱਗਿਆ ਕਿ ਇਸ ਪਾਰਟੀ ਦਾ ਚੰਗਾ ਉਮੀਦਵਾਰ ਖੜਾ ਹੈਗਾ ਉਹਦੀ ਮਦਦ ਜ਼ਰੂਰ ਕਰੀਏ। ਸੋ ਇਸ ਤਰ੍ਹਾਂ ਦਾ ਬਿਆਨਬਾਜ਼ੀ ਜਿਹੜੀ ਹੈਗੀ ਡੇਰੇ ਦੀ ਜਿਹੜੀ ਰਾਜਨੀਤਿਕ ਕਮੇਟੀ ਨੇ ਹੁਣ ਤੱਕ ਕੀਤੀ ਹੈਗੀ। ਸੋ ਮੈਨੂੰ ਲੱਗਦਾ ਕਿ ਜਿਹੜਾ ਡੇਰਾ ਹੈਗਾ ਉਹ ਇਸ ਵੇਲੇ ਆਪ ਵੀ ਡੇਰੇ ਵਾਲੇ ਦੁਬਿਧਾ 'ਚ ਫਸੇ ਹੋਏ ਨੇ। ਫਰਜ਼ ਕਰੋ ਜੇ ਕੱਲ ਨੂੰ ਕਾਂਗਰਸ ਦੀ ਸਰਕਾਰ ਦੁਬਾਰਾ ਆ ਜਾਂਦੀ ਹੈ, ਇਸ ਵੇਲੇ ਕਾਂਗਰਸ ਦੀ ਉਹ ਮਦਦ ਨਹੀਂ ਕਰਦੇ, ਕਾਂਗਰਸ ਦੇ ਵਿਰੁੱਧ ਸਟੈਂਡ ਲੈ ਲੈਂਦੇ ਨੇ, ਸੋ ਤਾਂ ਆਉਣ ਵਾਲੇ ਸਮੇਂ 'ਚ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ।
ਸੋ ਡੇਰੇ ਵਾਸਤੇ ਵੀ ਇਸ ਵੇਲੇ ਕੋਈ ਮਤਲਬ ਸੌਖਾ ਨਹੀਂ ਆਪਣਾ ਫੈਸਲਾ ਲੈਣਾ। ਉਹਦੇ ਵਾਸਤੇ ਵੀ ਇੱਕ ਬਹੁਤ ਮੁਸ਼ਕਲ ਹੋਏਗਾ ਕਿ ਕਿਹਦੀ ਮਦਦ ਕੀਤੀ ਜਾਵੇ, ਕਿਹਦੀ ਮਦਦ ਨਾ ਕੀਤੀ ਜਾਵੇ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਡੇਰਾ ਫਿਲਹਾਲ ਇਸ ਮਸਲੇ ਤੇ ਚੁੱਪ ਆ, ਹਾਲਾਂਕਿ ਸਾਰੇ ਬੰਦੇ ਗੇੜੇ ਕੱਢ ਰਹੇ ਨੇ। ਅੱਛਾ, ਸਿਆਸਤਦਾਨ ਵੀ ਆਪਾਂ ਜਾਣਦੇ ਹਾਂ ਕਿ ਸਿਆਸਤਦਾਨ ਬੜੇ ਚੁਸਤ ਹੁੰਦੇ ਨੇ। ਉਹਨਾਂ ਨੇ ਹੁਣ ਜੋ ਸੈਕੰਡ ਚਾਰਜ ਸ਼ੀਟ ਫਾਈਲ ਹੋ ਗਈ ਹੈ ਡੇਰਾ ਮੁਖੀ ਦੇ ਖਿਲਾਫ, ਇਹਦੇ ਬਾਰੇ ਕੋਈ ਬਿਆਨ ਨਹੀਂ ਦੇਣਾ, ਕੋਈ ਟਿੱਪਣੀ ਨਹੀਂ ਕਰਨਗੇ। ਸਾਰੇ ਇਸ ਤੋਂ ਬਚਾਅ ਰੱਖਣਗੇ, ਕਹਿਣਗੇ ਜੀ ਅਦਾਲਤੀ ਮਸਲਾ ਹੈਗਾ, ਹੁਣ ਕੇਸ ਅਦਾਲਤ ਚ ਚਲਿਆ ਗਿਆ, ਅਸੀਂ ਇਸ ਕਰਕੇ ਤੇ ਕੁਝ ਨਹੀਂ ਬੋਲਣਾ। ਜੀ ਸਰਬਜੀਤ ਧਾਲੀਵਾਲ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।